ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਦੋਸਤੋ ਅੱਜ ਆਪਾਂ ਕਿ ਸਪੋਰਟਸ ਦਾ ਜੋ ਕਿ ਆਪਣੀ ਸਟੈਟਿਕ ਜੀਕੇ ਦੀ ਕਲਾਸ ਨੰਬਰ 10 ਆ ਤੇ ਸਪੋਰਟਸ ਟੌਪਿਕ ਜਿਹੜੇ ਆਪਾਂ ਕਿ ਸਟੈਟਿਕ ਜੀਕੇ ਦੇ ਵਿੱਚ ਕਰ ਰਹੇ ਹਾਂ, ਜਿਹਦੇ ਵਿੱਚ ਕਿ ਆਪਾਂ ਸਟੈਟਿਕ ਵੀ ਕਰ ਰਹੇ ਹਾਂ ਤੇ ਨਾਲ ਦੀ ਨਾਲ ਹੀ ਆਪਾਂ ਜੋ ਕਰੰਟ ਇਵੈਂਟ ਹੋ ਰਹੇ ਨੇ ਉਹ ਵੀ ਆਪਾਂ ਨਾਲ ਦੀ ਨਾਲ ਕਵਰ ਕਰ ਰਹੇ ਹਾਂ। ਸੋ ਅੱਜ ਆਪਾਂ ਕਿਹੜਾ ਟੌਪਿਕ ਕਰ ਰਹੇ ਹਾਂ ਜੀ? ਅੱਜ ਆਪਾਂ ਬਹੁਤ ਸਾਰੇ ਕੈਂਡੀਡੇਟਸ ਦੇ ਮੈਸੇਜ ਆ ਰਹੇ ਸੀ ਕਿ ਕਾਮਨਵੈਲਥ ਗੇਮਸ ਦੀ ਜਿਹੜੀ ਇੱਕ ਹਿਸਟਰੀ ਤੇ ਇੱਕ 2022 ਦੇ ਵਿੱਚ ਜਿਹੜੀਆਂ ਬਰਮਿੰਗਮ ਦੇ ਵਿੱਚ ਹੁਣੇ ਖੇਡਾਂ ਹੋ ਕੇ ਹਟੀਆਂ, ਜਿਹਨੂੰ ਕਿ ਆਪਾਂ ਪੰਜਾਬੀ 'ਚ ਰਾਸ਼ਟਰਮੰਡਲ ਖੇਡਾਂ ਵੀ ਕਹਿ ਦਿੰਦੇ ਆ, ਉਹਦੇ ਬਾਰੇ ਬਹੁਤ ਸਾਰੇ ਮੈਸੇਜ ਆ ਰਹੇ ਸੀ ਕਿ ਇਹਦੀ ਵੀਡੀਓ ਜਲਦੀ ਲਿਆਂਦੀ ਜਾਵੇ। ਸੋ ਆਪਾਂ ਇਹ ਵੀਡੀਓ ਕਲਾਸ ਤਿਆਰ ਕਰ ਲਈ ਹੋਈ ਆ, ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮੈਂ ਇਸ ਦੇ ਵਿੱਚ ਪੁਆਇੰਟ ਐਡ ਕੀਤੇ ਨੇ। ਇਹ ਕਲਾਸ ਦੇ ਵਿੱਚ ਤੁਹਾਨੂੰ ਪਹਿਲਾਂ ਤਾਂ ਤੁਹਾਨੂੰ ਆਪਾਂ ਇਹਦੀ ਹਿਸਟਰੀ ਕਰਾਂਗੇ, ਜਿਹੜੀ ਕਿ ਸਟੈਟਿਕ ਜੀਕੇ ਦੇ ਵਿੱਚ ਜਿਹੜੀ ਕਿ ਸਿੱਧੇ ਸਿੱਧੇ ਕੁਐਸਚਨ ਪੁੱਛੇ ਜਾਂਦੇ ਨੇ। ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਆਉਣ ਵਾਲੇ 1 ਸਾਲ ਦੇ ਵਿੱਚ ਜਿੰਨੇ ਵੀ ਪੇਪਰ ਹੋਣਗੇ ਸਾਰੇ ਦੇ ਵਿੱਚ ਹੀ ਤੁਹਾਨੂੰ ਇਹਦੇ ਵਿੱਚੋਂ ਕਾਮਨਵੈਲਥ ਗੇਮਸ ਦੇ ਵਿੱਚੋਂ ਕੁਐਸਚਨ ਬਾਰ-ਬਾਰ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ ਤੇ ਪੁੱਛੇ ਜਾਂਦੇ ਰਹਿਣਗੇ। ਹੁਣੇ ਤੁਸੀਂ ਰੀਸੈਂਟਲੀ ਚੱਕ ਕੇ ਦੇਖ ਲਓ, ਜਿਹੜਾ ਹੁਣੇ 2 ਪੇਪਰ ਹੋਏ ਸੀਗੇ 2021 ਦੇ ਵਿੱਚ PSSB ਦੇ, ਉਹਦੇ ਵਿੱਚ ਸਿੱਧੇ ਸਿੱਧੇ 2 ਤੋਂ 3 ਕੁਐਸਚਨ ਕਾਮਨਵੈਲਥ ਗੇਮਸ ਦੇ ਉੱਤੇ ਬਣੇ ਹੋਏ ਸੀ। ਹਾਲਾਂਕਿ ਹੋਏ ਨੂੰ ਇਹ 2018 ਦੇ ਵਿੱਚ ਗੇਮਾਂ ਹੋਈਆਂ ਫਿਰ ਵੀ ਉਹਨਾਂ ਨੇ 2021 ਦੇ ਵਿੱਚ ਵੀ ਇਹ ਕੁਐਸਚਨ ਪੁੱਛੇ ਹੋਏ ਸੀ। ਸੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ 2022 ਦੇ ਵਿੱਚ ਹੁਣ ਪੇਪਰ ਹੋਣਗੇ ਜਿਹੜੇ, ਉਹਦੇ ਵਿੱਚ ਕਿਸ ਤਰ੍ਹਾਂ ਉਹ ਪੁੱਛਣਗੇ ਕਿ ਨਹੀਂ ਪੁੱਛਣਗੇ, ਕਿ ਕਿਸ ਲੈਵਲ ਤੱਕ ਪੁੱਛਣਗੇ। ਸੋ ਇਸ ਤੋਂ ਬਾਅਦ ਤੁਹਾਨੂੰ ਹੋਰ ਕੋਈ ਵੀ ਡਾਟਾ ਸਰਚ ਕਰਨ ਦੀ ਜ਼ਰੂਰਤ ਨਹੀਂ ਪਏਗੀ। ਸੋ ਆਪਾਂ ਸਾਰਾ ਕੁਝ ਇਹਦੇ ਵਿੱਚ ਐਡ ਕਰਤਾ ਹੋਇਆ। ਸੋ ਸ਼ੁਰੂ ਕਰਦੇ ਹਾਂ ਜੀ ਆਪਾਂ ਆਪਣੀ ਦੀ ਅੱਜ ਦੀ ਕਲਾਸ। ਦੇਖੋ ਜੀ, ਸਭ ਤੋਂ ਪਹਿਲਾਂ ਜੀ ਆਪਾਂ ਕਾਮਨਵੈਲਥ ਗੇਮ ਰਾਸ਼ਟਰਮੰਡਲ ਖੇਡਾਂ ਦੀ ਇਤਿਹਾਸ ਕਰਾਂਗੇ। ਠੀਕ ਆ, ਹੁਣ ਇਹਦੇ ਵਿੱਚ ਮਤਲਬ ਕੀ ਸੀ, ਕਦੋਂ ਸ਼ੁਰੂ ਹੋਈਆਂ ਸੀ? ਪਹਿਲੀ ਗੱਲ ਤਾਂ ਜੀ ਇਹ ਰਾਸ਼ਟਰਮੰਡਲ ਖੇਡਾਂ ਜਿਹੜੀਆਂ ਕਾਮਨਵੈਲਥ ਗੇਮ ਸੀ 1930 ਦੇ ਵਿੱਚ ਸ਼ੁਰੂ ਹੋਈਆਂ ਸੀ। ਠੀਕ ਆ ਜੀ, ਹੁਣ ਇਹ ਜਿਹੜੀਆਂ ਖੇਡਾਂ ਸੀ ਇਹ ਮਨੁੱਖਤਾ, ਸਦਭਾਵਨਾ, ਸਮਾਨਤਾ ਤੇ ਖੇਡ ਦੀ ਭਾਵਨਾ ਦੇ ਮੂਲਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸ਼ੁਰੂ ਹੋਈਆਂ ਸੀ। ਠੀਕ ਆ, ਰਾਸ਼ਟਰਮੰਡਲ ਖੇਡਾਂ ਦੀ ਸ਼ੁਰੂਆਤ 1930 ਦੇ ਵਿੱਚ 11 ਦੇਸ਼ਾਂ ਤੇ ਕੁੱਲ 400 ਐਥਲੀਟਾਂ ਨਾਲ ਹੋਈ ਸੀ। ਹੁਣ ਜੀ ਇਹ ਹੋਈਆਂ ਕਿੱਥੇ ਸੀ? ਜਦੋਂ ਮੰਨ ਲਓ ਕਈ ਵਾਰ ਪੇਪਰ ਦੇ ਵਿੱਚ ਇਹ ਕੁਐਸਚਨ ਪੁੱਛ ਲੈਂਦੇ ਆ ਕਿ ਜਦੋਂ ਇਹ ਪਹਿਲੀ ਵਾਰ 1930 ਦੇ ਵਿੱਚ ਸ਼ੁਰੂਆਤ ਹੋਈ ਸੀ ਤਾਂ ਇਹ ਕਿਹੜੇ ਸ਼ਹਿਰ, ਕਿਹੜੇ ਦੇਸ਼ ਦੇ ਵਿੱਚ ਹੋਈਆਂ ਸੀ? ਇਹ ਕੈਨੇਡਾ ਦੇ ਹੈਮਿਲਟਨ ਦੇ ਵਿੱਚ ਹੋਈਆਂ ਸੀ। ਇਹ ਤੁਹਾਨੂੰ ਯਾਦ ਹੋਣਾ ਚਾਹੀਦਾ ਵਾ। ਸੋ ਜ਼ਿਆਦਾ ਵੱਡੀ ਕਲਾਸ ਨਹੀਂ ਹੋਏਗੀ, ਪਰ ਇਹਨੂੰ ਚੰਗੀ ਤਰ੍ਹਾਂ ਤੁਸੀਂ ਦੇਖਣਾ ਵਾ। ਇਹਦਾ ਕੱਲਾ ਪੁਆਇੰਟ ਬਹੁਤ ਇੰਪੋਰਟੈਂਟ ਬਣਦਾ ਵਾ। ਠੀਕ ਆ, ਸੋ ਪੇਪਰ 'ਚ ਤੁਹਾਨੂੰ ਡਾਇਰੈਕਟ ਕੁਐਸਚਨ ਅੰਪਾਇਰ ਗੇਮਸ ਵੀ ਕਿਹਾ ਜਾਂਦਾ ਸੀ। ਹੁਣ ਕੀ ਹੋਇਆ ਵਾ ਜੀ 1954 ਦੇ ਵਿੱਚ? ਕੀ ਹੋਇਆ 1954 ਦੇ ਵਿੱਚ ਨਾ ਇਹਦਾ ਨਾਮ ਬਦਲ ਕੇ ਇਹਨਾਂ ਨੇ ਰੱਖਤਾ ਜੀ ਬ੍ਰਿਟਿਸ਼ ਅੰਪਾਇਰ ਐਂਡ ਕਾਮਨਵੈਲਥ ਗੇਮਸ। ਠੀਕ ਆ, ਸੋ ਇਹਦੇ ਨਾਮ ਦੇ ਵਿੱਚ ਇਹ ਐਡ ਕਰਤਾ ਹੋਇਆ। ਹੁਣ ਨੈਕਸਟ ਪੁਆਇੰਟ ਦੇਖੋ ਜੀ, 1970 ਦੇ ਵਿੱਚ ਇਹਦਾ ਦੁਬਾਰਾ ਨਾਮ ਚੇਂਜ ਕਰਕੇ ਇਹਨਾਂ ਨੇ ਕਾਮਨਵੈਲਥ ਗੇਮਸ ਇਹਨਾਂ ਨੇ ਰੱਖਤਾ। ਠੀਕ ਆ, ਫਿਰ 1978 ਦੇ ਵਿੱਚ ਨਾਮ ਬਦਲ ਕੇ ਬਸ ਹੁਣ ਉਹਨਾਂ ਨੂੰ ਦਾ ਕਾਮਨਵੈਲਥ ਗੇਮਸ ਇਹਨੂੰ ਕਹਿੰਦੇ ਆ। ਠੀਕ ਆ, ਹੁਣ ਤੱਕ 1978 ਤੋਂ ਲੈ ਕੇ 78 ਤੋਂ ਲੈ ਕੇ ਦਾ ਕਾਮਨਵੈਲਥ ਗੇਮਸ ਕਹਿੰਦੇ ਆ। ਹੁਣ ਜੀ ਪੇਪਰ ਦੇ ਵਿੱਚ ਤੁਹਾਨੂੰ ਕਈ ਵਾਰ ਕੁਐਸਚਨ ਆਊਗਾ ਕਿ ਕਿਹੜੇ ਸਾਲਾਂ ਦੇ ਵਿੱਚ, ਕਿਉਂਕਿ ਇਹ ਪਹਿਲੀ ਗੱਲ ਤਾਂ ਤੁਹਾਨੂੰ ਇਹ ਪਤਾ ਹੋਣੀ ਚਾਹੀਦੀ ਹੈ ਕਿ ਹਰੇਕ 4 ਸਾਲ ਬਾਅਦ ਹੁੰਦੀਆਂ ਨੇ। ਠੀਕ ਆ, ਜਿਵੇਂ ਆਪਾਂ ਵਰਲਡ ਕੱਪ ਵਗੈਰਾ ਵੀ ਪੜ੍ਹਦੇ ਹਾਂ। ਠੀਕ ਆ, ਕ੍ਰਿਕਟ ਦੇ ਵਰਲਡ ਕੱਪ ਵੀ ਆਪਾਂ ਪਿੱਛੇ ਜੇ ਪੜ੍ਹੇ ਸੀਗਾ, 50 ਓਵਰ ਵਰਲਡ ਕੱਪ ਜਿਹੜਾ ਵਾ ਉਹ 4 ਸਾਲ ਬਾਅਦ ਹੁੰਦਾ। ਉਸੇ ਤਰ੍ਹਾਂ ਇਹ ਗੇਮਸ ਵੀ 4 ਸਾਲ ਬਾਅਦ ਖੇਡੀਆਂ ਜਾਂਦੀਆਂ ਨੇ। ਠੀਕ ਆ, ਜਿਸ ਤਰ੍ਹਾਂ ਓਲੰਪਿਕ ਦੀ ਮਹੱਤਤਾ ਉਸੇ ਤਰ੍ਹਾਂ ਇਹਨਾਂ ਗੇਮਸ ਦੀ ਵੀ ਮਹੱਤਤਾ ਬਣਦੀ ਹੈ। ਠੀਕ ਆ, ਪੇਪਰ ਦੇ ਪੁਆਇੰਟ ਆਫ ਵਿਊ ਨਾਲ। ਹੁਣ ਜੀ 1942 ਤੇ 1946 ਦੇ ਵਿੱਚ ਇਹਨੂੰ ਰੱਦ ਕਰ ਦਿੱਤਾ ਗਿਆ ਸੀ, ਕਿਉਂਕਿ ਉਸ ਟਾਈਮ ਦੇ ਉੱਤੇ ਵਿਸ਼ਵ ਯੁੱਧ 2 ਦੇ ਕਾਰਨ ਸੀ, ਜਿਹਦੇ ਕਰਕੇ ਉਹਨੂੰ ਇਹ ਰੋਕਿਆ ਗਿਆ ਸੀਗਾ। ਠੀਕ ਆ, ਸੋ ਅੱਗੇ ਕੀ ਹੁੰਦਾ, ਵੈਸੇ ਕੰਟੀਨਿਊਸ ਚੱਲਦੀਆਂ ਆਈਆਂ ਨੇ। ਠੀਕ ਆ, ਸਿਰਫ 2 ਵਾਰ ਰੋਕੀਆਂ ਨੇ 1942 ਤੇ 46 ਦੇ ਵਿੱਚ। ਹੁਣ ਜੀ ਆਸਟ੍ਰੇਲੀਆ ਨੇ ਕੀ ਕੀਤਾ ਜੀ? 5 ਵਾਰ, ਆਸਟ੍ਰੇਲੀਆ 5 ਵਾਰ ਇਹਦੇ ਵਿੱਚ ਕਾਮਨਵੈਲਥ ਗੇਮਾਂ ਦੀ ਮੇਜ਼ਬਾਨੀ ਕਰ ਚੁੱਕਾ ਵਾ। ਹੁਣ ਇੱਕ ਚੀਜ਼ ਹੋਰ ਯਾਦ ਰੱਖਿਓ, ਜਿਹੜਾ ਅਗਲਾ ਐਡੀਸ਼ਨ ਹੋਣਾ ਵਾ, ਠੀਕ ਆ, 2026 ਦੇ ਵਿੱਚ ਜਿਹੜਾ ਐਡੀਸ਼ਨ ਹੋਣਾ ਉਹ ਵੀ ਆਸਟ੍ਰੇਲੀਆ ਨੇ ਕਰਨਾ। ਆਸਟ੍ਰੇਲੀਆ ਦੇ ਵੀ ਕਿਹੜੇ? ਉਹਦੇ ਵਿੱਚ ਵਿਕਟੋਰੀਆ ਦੇ ਵਿੱਚ ਹੋ ਰਿਹਾ ਸ਼ਾਇਦ, ਸੋ ਕਨਫਰਮ ਨਹੀਂ ਮੈਨੂੰ। ਸੋ ਦੇਖ ਕੇ ਮੇਰੇ ਅਕੋਰਡਿੰਗ ਵਿਕਟੋਰੀਆ ਦੇ ਵਿੱਚ ਹੋ ਰਿਹਾ ਵਾ। ਸੋ ਮੈਂ PDF ਦੇ ਵਿੱਚ ਐਡਿਟ ਤੁਹਾਨੂੰ ਕਰ ਦੂੰਗਾ ਜੇਕਰ ਕੋਈ ਮਤਲਬ ਇਸ਼ੂ ਹੋਇਆ ਇਹਦੇ ਵਿੱਚ। ਵੈਸੇ ਮੇਰੇ ਅਕੋਰਡਿੰਗ ਵਿਕਟੋਰੀਆ ਆਸਟ੍ਰੇਲੀਆ ਦੇ ਵਿੱਚ ਹੋ ਰਿਹਾ। ਸੋ ਕਾਮਨਵੈਲਥ ਗੇਮਾਂ ਦੇ ਵਿੱਚ ਕਾਮਯਾਬ ਵੀ ਸਭ ਤੋਂ ਵੱਧ ਆਸਟ੍ਰੇਲੀਆ ਰਿਹਾ ਤੇ ਸਭ ਤੋਂ ਵੱਧ ਹੋਸਟ ਵੀ ਕਿਹਨੇ ਕੀਤਾ? 1938 ਤੋਂ ਲੈ ਕੇ 18 ਤੱਕ ਕਾਮਨਵੈਲਥ ਗੇਮਾਂ 'ਚ ਆਸਟ੍ਰੇਲੀਆ ਨੇ, ਤੇ 2026 'ਚ ਵੀ ਹੁਣ ਇਹ 6ਵੀਂ ਵਾਰ ਹੋਸਟ ਕਰਨ ਜਾ ਰਿਹਾ ਵਾ। ਸੋ ਇਹ ਪੁਆਇੰਟ ਵੀ ਤੁਹਾਨੂੰ ਯਾਦ ਹੋਣਾ ਚਾਹੀਦਾ। ਹੁਣ ਜੀ ਜਿਹੜਾ ਹੁਣ ਰੀਸੈਂਟਲੀ ਹੋਇਆ ਸੀ ਨਾ 2018 ਦੇ ਵਿੱਚ, ਜਿਹੜਾ ਇਸ ਤੋਂ ਪਹਿਲਾਂ ਵਾਲਾ ਐਡੀਸ਼ਨ ਸੀ, ਕਈ ਵਾਰ ਹੋ ਜਾਂਦਾ ਕਿ ਪਿਛਲੇ ਐਡੀਸ਼ਨ ਦੇ ਵਿੱਚੋਂ ਵੀ ਕੁਝ ਥੋੜੀ ਜਿਹੀ ਉਹ ਫੈਕਟ ਪੁੱਛ ਲੈਂਦੇ ਨੇ। ਪਿਛਲੇ ਐਡੀਸ਼ਨ ਦੇ ਵਿੱਚ ਆਪਣੇ ਜਿਹੜੇ ਭਾਰਤੀ ਐਥਲੀਟ ਸੀ ਨਾ, ਉਹਨਾਂ ਨੇ ਮੇਜ਼ਬਾਨ ਆਸਟ੍ਰੇਲੀਆ ਅਤੇ ਇੰਗਲੈਂਡ ਨੂੰ ਪਿੱਛੇ ਛੱਡ ਕੇ ਕੁੱਲ 66 ਤਗਮੇ ਜਿੱਤੇ ਸੀ। ਮਤਲਬ ਕੁੱਲ 66 ਤਗਮੇ ਜਿੱਤੇ ਸੀ। 26 ਸੋਨੇ ਦੇ ਸੀ, 20 ਚਾਂਦੀ ਦੇ ਸੀ ਤੇ 20 ਆਪਣੇ ਸੀਗੇ ਕਾਂਸੀ ਦੇ। ਠੀਕ ਆ, ਬਸ ਇੰਨੀ ਚੀਜ਼ ਆ। ਹੁਣ ਨੈਕਸਟ ਦੇਖ ਲਓ। हाँ जी टोक्यो ओलंपिक इस बार जी टोक्यो ओलंपिक के जोड़े अपने जैवलिन चैंपीयन ने ठीक है अपने नीरज चोपड़ा आपको पता कि इन्होंने टोक्यो ओलंपिक 2020 अपना इन्होंने की जितया गोल्ड जितया तो विश्व चैंपीयनशिप के भी चांदी का तगमा जितया इन्होंने सट करने कॉमनवैल्थ गेम्स जो 2022 दी हुण बर्मिंघम हुई ने वो बाहर हो गए ठीक है। सो जिदे करके वो कह रहे हैं कि भारत को एक कदम घट रह गया। सो इन्ना ज़्यादा यकीन आ नीरज चोपड़ा के उत्ते कि नीरज चोपड़ा को एक मैडल मिलना ही मिलना क्योंकि हरेक दे गेम्स के विचों ये मैडल लैके आ रहे हैं रिसेंटली ठीक है। सो सट करन पार्टिसिपेट नहीं लै पाए। हुण देखो जी अगे
ਹਾਂ ਜੀ, ਰਾਸ਼ਟਰਮੰਡਲ ਖੇਡਾਂ ਦਾ ਹੁਣ ਆਪਾਂ ਜੀ 2022 ਦਾ ਐਡੀਸ਼ਨ ਕਰਨ ਲੱਗੇ ਹਾਂ ਕਿ 2022 ਦਾ ਜਿਹੜਾ ਇਹ ਸੰਸਕਰਨ ਸੀਗਾ, ਠੀਕ ਆ, ਸੰਸਕਰਨ ਹੈਗਾ ਵਾ, ਸੌਰੀ, ਠੀਕ ਹੈ। ਇਹਦੇ ਵਿੱਚ ਕੀ ਹੋਇਆ ਵਾ, ਕੀ ਹੋਇਆ ਇਹਦੇ ਵਿੱਚ। ਦੇਖੋ ਜੀ, ਰਾਸ਼ਟਰਮੰਡਲ ਖੇਡਾਂ ਪਹਿਲਾਂ ਤੁਹਾਨੂੰ ਐਂ ਪਤਾ ਹੋਣਾ ਚਾਹੀਦਾ ਕਿ ਇਹ ਕਿਹਵਾਂ ਐਡੀਸ਼ਨ ਸੀ, 22ਵਾਂ ਐਡੀਸ਼ਨ ਸੀ। ਹਾਈਲਾਈਟ ਮੇਰਾ ਕੀਤਾ ਹੋਇਆ ਵਾ, ਠੀਕ ਹੈ। ਚੰਗੀ ਤਰ੍ਹਾਂ ਇਹ ਤੁਸੀਂ ਕਰਨਾ, ਨੋਟਸ ਨਾ ਬਣਾਇਓ, ਮੈਂ ਤੁਹਾਨੂੰ ਇਹਦੀ PDF ਸੈਂਡ ਕਰ ਦਾਂਗਾ ਕੱਲ੍ਹ ਨੂੰ। ਇਹਦੀ ਸੈਟਿੰਗ ਵਗੈਰਾ ਕਰਕੇ ਜਿਹੜੇ ਪੁਆਇੰਟ 1-2 ਮੈਂ ਹੁਣ ਤੁਹਾਨੂੰ ਕਿਹਾ ਕਿ ਥੋੜ੍ਹੇ ਜਿਹੇ ਐਡਿਟ ਕਰਕੇ ਐਡ ਕਰਨੇ ਪੈਣੇ ਨੇ ਮੈਨੂੰ, ਠੀਕ ਆ। ਸੋ 22ਵਾਂ ਸੰਸਕਰਨ ਹੋਇਆ ਸੀ, 22ਵਾਂ ਐਡੀਸ਼ਨ ਹੋਇਆ ਸੀ। ਇਹ 28 ਜੁਲਾਈ 2022 ਨੂੰ ਸ਼ੁਰੂ ਹੋਇਆ ਸੀ ਤੇ 8 ਅਗਸਤ 2022 ਤੱਕ ਚੱਲਿਆ ਸੀ। ਇਹ ਤੁਹਾਨੂੰ ਯਾਦ ਹੋਣਾ ਚਾਹੀਦਾ। ਤਾਂ ਰਾਸ਼ਟਰਮੰਡਲ ਖੇਡਾਂ ਇਹ ਬਰਮਿੰਘਮ ਇੰਗਲੈਂਡ ਦੇ ਵਿੱਚ ਆਯੋਜਿਤ ਹੋਈਆਂ ਸੀ ਹੁਣ, ਠੀਕ ਆ। ਤਾਂ ਹਾਲ ਹੀ ਦੇ ਵਿੱਚ ਭਾਰਤ ਰਾਸ਼ਟਰਮੰਡਲ ਖੇਡਾਂ 2022 ਵਿੱਚ ਵਧੀਆ ਪ੍ਰਦਰਸ਼ਨ ਕਰਕੇ ਆਇਆ ਵਾ। ਉਹਨੇ ਕੀ ਕੀਤਾ, ਸਮਾਪਤ ਵਿੱਚ ਕੁੱਲ 61 ਤਗਮੇ ਜਿੱਤੇ ਆ, ਠੀਕ ਆ। 61 ਮੈਡਲ ਟੋਟਲ ਜਿੱਤੇ। ਅੱਗੇ ਆਪਾਂ ਪੜਾਂਗੇ ਕਿੰਨੇ ਸੋਨੇ ਦੇ ਜਿੱਤੇ, ਕਿੰਨੇ ਇਹਨਾਂ ਨੇ ਸਿਲਵਰ ਜਿੱਤੇ, ਕਿੰਨੇ ਬ੍ਰੋਂਜ਼ ਜਿੱਤੇ, ਠੀਕ ਆ। ਇਹ ਸਾਰਾ ਆਪਾਂ ਅੱਗੇ ਪੜ੍ਹਦੇ ਹਾਂ। ਹਾਂ ਜੀ, ਰਾਸ਼ਟਰਮੰਡਲ ਖੇਡਾਂ ਜਿਹੜੀਆਂ 2022 ਦੀਆਂ ਸੀ, ਇਹ 'ਚ 72 ਦੇਸ਼ਾਂ ਨੇ ਭਾਗ ਲਿਆ ਸੀ। 1.2 ਮਿਲੀਅਨ ਦੀਆਂ ਟਿਕਟਾਂ ਦੀ ਵੀ ਵਿਕੀ ਹੋਈ ਸੀ, ਜੋ ਕਿ ਸਭ ਤੋਂ ਵੱਧ ਟਿਕਟਾਂ ਵਿਕੀਆਂ ਨੇ ਇਸ ਵਾਰ। ਇਹ ਸਮਾਗਮ ਦੇ ਵਿੱਚ ਪੈਰਾ ਤੇ ਨੌਨ ਪੈਰਾ ਖੇਡਾਂ ਇੱਕੋ ਸਮੇਂ ਦੇ ਵਿੱਚ ਕਰਵਾਈਆਂ ਗਈਆਂ ਨੇ, ਠੀਕ ਆ, ਜਿਹੜੀਆਂ ਇਹ ਆਪਣਾ 2022 ਦਾ ਸਮਾਗਮ ਹੋਇਆ ਸੀ, ਠੀਕ ਆ। ਸੋ ਇਸ ਦੇ ਇਲਾਵਾ, ਇਹਦੇ ਇਲਾਵਾ ਵੀ ਇਹ ਪੁਰਸ਼ਾਂ ਦੇ ਮੁਕਾਬਲੇ ਜ਼ਿਆਦਾ। ਹੁਣ ਇਹਦੇ ਵਿੱਚ ਇੱਕ ਹੋਰ ਫੈਕਟ ਇੰਪੋਰਟੈਂਟ ਬਣ ਰਿਹਾ ਵਾ ਕਿ ਜਿਹੜੇ ਮਤਲਬ 골ਡ ਮੈਡਲਾਂ ਦੀ ਗਿਣਤੀ ਆ, ਜਿੰਨੇ ਵੀ 골ਡ ਮੈਡਲ ਇਹਦੇ ਵਿੱਚ ਜਿੱਤੇ ਗਏ ਨੇ, ਠੀਕ ਆ, ਮੇਲ ਦੇ ਮੈਂਸ ਦੇ ਮੁਕਾਬਲੇ ਵੂਮੈਨਸ ਨੇ ਜ਼ਿਆਦਾ ਮੈਡਲਸ ਜਿੱਤੇ ਨੇ 골ਡ ਮੈਡਲਾਂ ਦੀ, ਠੀਕ ਆ। ਸੋ ਇੱਕ ਇਹ ਵੀ ਪੁਆਇੰਟ ਇੰਪੋਰਟੈਂਟ ਬਣਦਾ। ਨੈਕਸਟ ਕਰਦੇ ਹਾਂ ਜੀ ਹੁਣ ਆਪਾਂ। ਹੁਣ ਜੀ ਆਹ ਵਾਲੀ ਚੀਜ਼ ਵੀ ਤੁਹਾਡੇ ਯਾਦ ਹੋਣੀ ਚਾਹੀਦੀ ਹੈ, ਵੀ ਬਹੁਤ ਇੰਪੋਰਟੈਂਟ ਬਣਦਾ। ਪਹਿਲੀ ਗੱਲ ਤਾਂ ਜੀ, ਇਨ ਦਿਸ ਐਡੀਸ਼ਨ ਇਟ ਵਾਜ਼ ਦਾ ਫਸਟ ਗੇਮਸ ਟੂ ਹੋਸਟ ਮੋਰ ਵੂਮੈਨਸ 골ਡ। ਇਹ ਮੈਂ ਤੁਹਾਨੂੰ ਕਰਵਾਤਾ ਹੋਇਆ ਵਾ। ਸੋ ਇਹਦਾ ਮੋਟੋ ਕੀ ਆ ਜੀ, ਇਹਦਾ ਮੋਟੋ ਆ ਜੀ ਸਪੋਰਟਸ ਫॉर ਆਲ ਜਾਂ ਆਪਣਾ ਗੇਮਸ ਫॉर एवरीवन। ਇਹਦਾ ਮੋਟੋ ਸੀ। ਇੱਕ ਹੁੰਦਾ ਮੈਸਕਟ, ਠੀਕ ਆ, ਇਹ ਪੈਰੀ ਬੋਲਾ, ਠੀਕ ਆ, ਇਹਦਾ ਮੈਸਕਟ ਆ। ਇਹ ਪੇਪਰ ਦੇ ਵਿੱਚ ਬਹੁਤ ਵਾਰ ਪੁੱਛਿਆ ਗਿਆ ਵਾ ਤਾਂ ਅੱਗੇ ਵੀ ਪੁੱਛਿਆ ਜਾਊਗਾ। ਕਿੰਨੇ ਦੇਸ਼ਾਂ ਨੇ ਪਾਰਟਿਸਿਪੇਟ ਕੀਤਾ? ਇਹਨਾਂ ਨੇ 72 ਕਾਮਨਵੈਲਥ ਨੇਸ਼ਨਸ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ। ਕਿੰਨੇ ਐਥਲੀਟਾਂ ਨੇ ਪਾਰਟਿਸਿਪੇਟ ਕੀਤਾ? 5054। ਇਹ ਦੁਨੀਆ ਦੀ ਗੱਲ ਹੋ ਰਹੀ ਆ, ਠੀਕ ਆ ਜੀ। ਇਵੈਂਟਸ 20 ਗੇਮਾਂ ਇਹਦੇ ਵਿੱਚ ਖੇਡੀਆਂ ਗਈਆਂ ਸੀ। ਤੇ 2018 ਕਾਮਨਵੈਲਥ ਗੇਮਸ ਦੇ ਦੌਰਾਨ 골ਡ ਕੋਸਟ ਆਸਟ੍ਰੇਲੀਆ, ਜਿਹੜਾ ਪਿਛਲਾ ਐਡੀਸ਼ਨ ਹੋਇਆ ਸੀ 2018 ਚ, 골ਡ ਕੋਸਟ ਆਸਟ੍ਰੇਲੀਆ ਚ ਹੋਇਆ ਸੀ। 2022 ਦਾ ਕਿੱਥੇ ਹੋਇਆ, ਜਿਹੜੇ ਹੁਣ ਆਪਾਂ ਗੱਲ ਕਰਦੇ ਹਾਂ, ਇਹ ਹੋਇਆ ਜੀ ਬਰਮਿੰਘਮ ਇੰਗਲੈਂਡ ਦੇ ਵਿੱਚ, UK ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਤੇ 2026 ਦਾ ਕਿੱਥੇ ਹੋਊਗਾ? 2026 ਦਾ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। 2026 ਦਾ ਵੀ ਆਸਟ੍ਰੇਲੀਆ ਦੇ ਵਿਕਟੋਰੀਆ ਦੇ ਵਿੱਚ ਹੋ ਰਿਹਾ ਵਾ, ਠੀਕ ਆ। ਸੋ ਇਹ ਚੀਜ਼ ਤੁਹਾਨੂੰ ਯਾਦ ਹੋਣੀ ਚਾਹੀਦੀ ਹੈ। ਅੱਗੇ ਕਰਦੇ ਹਾਂ ਜੀ ਆਪਾਂ। ਹਾਂ ਜੀ, ਭਾਰਤੀ ਪੁਰਸ਼। ਹੁਣ ਇਹ ਚੀਜ਼ ਬਹੁਤ ਇੰਪੋਰਟੈਂਟ ਹੁੰਦਾ ਕਿ ਜਿਹੜੇ ਤੁਹਾਡੇ ਓਪਨਿੰਗ ਫਲੈਗ ਬੀਅਰ ਕੌਣ ਆ, ਮਤਲਬ ਓਪਨਿੰਗ ਸਰਮਨੀ ਹੁੰਦੀ ਆ, ਉਹਦੇ ਵਿੱਚ ਨਾ ਝੰਡਾ ਲੈ ਕੇ ਫਲੈਗ ਬੀਅਰ ਹੁੰਦੇ ਆ। ਉਹਦੇ ਤੇ ਉਹ ਕੁਐਸਚਨ ਜ਼ਰੂਰ ਪੁੱਛਿਆ ਜਾਂਦਾ ਵਾ, ਠੀਕ ਆ। ਮੋਸਟ ਐਕਸਪੈਕਟਡ ਕੁਐਸਚਨ ਆ ਇਹ। ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ, ਪਹਿਲੀ ਗੱਲ ਤਾਂ ਤੁਹਾਨੂੰ ਯਾਦ ਹੋਣਾ ਚਾਹੀਦਾ, ਇੰਡੀਅਨ ਮੈਨਸ ਹਾਕੀ ਟੀਮ ਦੇ ਕੈਪਟਨ ਦਾ ਨਾਮ ਕੀ ਆ ਜੀ? ਮਨਪ੍ਰੀਤ ਸਿੰਘ। ਉਹਨਾਂ ਨੂੰ 2022 ਰਾਸ਼ਟਰਮੰਡਲ ਖੇਡਾਂ ਦੇ ਉਦਘਾਟਨੀ ਸਮਾਰੋਹ ਤੇ ਨਾਲ ਹੀ ਜਿਹੜੇ ਆਪਣੇ PV ਸਿੰਧੂ ਆ, ਠੀਕ ਆ, ਜਿਹੜੇ ਕਿ ਬੈਡਮਿੰਟਨ ਖੇਡਦੇ ਆ, ਇਹਨਾਂ ਦੋਨਾਂ ਨੇ ਆਪਣੇ ਭਾਰਤ ਦੇ ਫਲੈਗ ਬੀਅਰ ਰਹੇ ਸੀ ਓਪਨਿੰਗ ਸਰਮਨੀ ਦੇ ਵਿੱਚ। ਇਹ ਯਾਦ ਰੱਖਣਾ। ਹੁਣ ਆ ਗਿਆ ਜੀ ਗੱਲ ਕਲੋਜ਼ਿੰਗ ਸਰਮਨੀ ਦੇ ਵਿੱਚ ਕੌਣ ਰਹੇ ਨੇ। ਟੈਨਿਸ ਸਟਾਰ ਨੇ ਜੀ ਆਪਣੇ ਸ਼ਰਤ ਕਮਲ ਤੇ ਵਿਸ਼ਵ ਚੈਂਪੀਅਨ ਮੁੱਕੇਬਾਜ਼, ਠੀਕ ਆ ਜੀ। ਸੋ ਇਹ ਹੈਗੇ ਨੇ ਆਪਣੇ ਬਾਕਸਰ। ਨਿਖਤ ਜ਼ਰੀਨ ਨੂੰ ਬਰਮਿੰਘਮ ਵਿੱਚ ਰਾਸ਼ਟਰਮੰਡਲ ਖੇਡਾਂ 2022 ਦੇ ਸਮਾਪਤੀ ਸਮਾਰੋਹ ਦੌਰਾਨ ਝੰਡਾਬਦਾਰ, ਜਾਨੀ ਕਿ ਮਤਲਬ ਕਿ ਫਲੈਗ ਬੀਅਰ, ਇੰਡੀਆ ਦੇ ਫਲੈਗ ਬੀਅਰ ਰਹੇ ਨੇ, ਠੀਕ ਆ। ਸੋ ਕਲੋਜ਼ਿੰਗ ਦੇ ਵਿੱਚ ਇਹ ਦੋਨੇ ਸੀ, ਸ਼ਰਤ ਕਮਲ ਤੇ ਆਪਣਾ ਨਿਖਤ ਜ਼ਰੀਨ। ਤੇ ਆਪਣਾ ਓਪਨਿੰਗ ਦੇ ਵਿੱਚ ਕੌਣ ਸੀਗੇ? ਓਪਨਿੰਗ ਦੇ ਵਿੱਚ ਸੀਗੇ ਜੀ ਆਪਣੇ ਮਨਪ੍ਰੀਤ ਸਿੰਘ ਤੇ ਨਾਲ ਆਪਣੇ ਸੀਗੇ PV ਸਿੰਧੂ, ਜੋ ਕਿ ਬੈਡਮਿੰਟਨ ਖੇਡਦੇ ਨੇ। ਨੈਕਸਟ ਚੱਲਦੇ ਹਾਂ ਜੀ। ਇਹ ਤੁਹਾਨੂੰ ਯਾਦ ਹੋਣੇ ਚਾਹੀਦੇ ਆ, ਇੰਪੋਰਟੈਂਟ ਪੁਆਇੰਟ ਬਣਦਾ। ਹੁਣ ਜੀ ਕਈ ਵਾਰ ਨਾ ਪੇਪਰ ਦੇ ਵਿੱਚ ਉਹ ਪੁੱਛ ਲੈਂਦੇ ਨੇ ਕਿ ਹਾਂ ਜੀ SAI, ਠੀਕ ਆ, ਜਿਹੜੀ ਆਪਣੀ ਦਾ ਸਪੋਰਟਸ ਅਥਾਰਟੀ ਆਫ ਇੰਡੀਆ ਵਾ, ਇਹਨਾਂ ਨੇ ਸਟਾਰਟ ਕੀਤਾ ਇੱਕ ਨਿਊ ਇਨੀਸ਼ੀਏਟਿਵ। ਇਹਨਾਂ ਨੇ ਸ਼ੁਰੂ ਕਰਤਾ ਚੀਅਰ ਕਰਨ ਲਈ, ਕਿ ਇਹਨਾਂ ਨੇ ਚੀਅਰ ਕਰਨ ਮਤਲਬ ਉਤਸ਼ਾਹ ਵਧਾਉਣ ਲਈ ਉਹਨਾਂ ਨੇ ਕੀ ਕੀਤਾ, ਇੱਕ ਕ੍ਰੀਏਟ ਫॉर ਇੰਡੀਆ ਨਾਮ ਦੀ ਮੁਹਿੰਮ ਸ਼ੁਰੂ ਕੀਤੀ। ਨੈਕਸਟ ਆ ਗਿਆ ਜੀ। ਹੁਣ ਜੀ ਰਾਸ਼ਟਰਮੰਡਲ। ਹੁਣ ਪਹਿਲਾ ਕੁਐਸਚਨ ਆਪਣਾ ਪੇਪਰ ਦੇ ਵਿੱਚ ਇਹ ਵੀ ਬਣ ਸਕਦਾ ਕਿ ਪਹਿਲਾ ਤਗਮਾ ਕਿਹਨੇ ਜਿੱਤਾ, ਚਾਹੇ ਕੋਈ ਵੀ ਹੋਵੇ। ਸੰਕੇਤ ਸਰਗਰ ਨੇ 55 ਕਿਲੋਗ੍ਰਾਮ ਪਹਿਲੀ ਗੱਲ ਤਾਂ ਵੇਟ ਲਿਫਟਿੰਗ 'ਚ ਪਹਿਲਾ ਤਗਮਾ ਜਿੱਤਿਆ, ਤੇ ਉਹ ਭਾਰਤ ਲਈ ਪਹਿਲਾ ਤਗਮਾ ਜਿੱਤਿਆ, ਤੇ ਤਗਮਾ ਕਿਹੜਾ ਸੀ? ਸਿਲਵਰ ਮੈਡਲ ਸੀਗਾ, ਠੀਕ ਆ। ਸੰਕੇਤ ਸਰਗਰ ਨੇ 55 ਕਿਲੋਗ੍ਰਾਮ ਪੁਰਸ਼ ਵੇਟ ਲਿਫਟਿੰਗ ਦੇ ਵਿੱਚ ਸਿਲਵਰ ਮੈਡਲ ਜਿੱਤਿਆ, ਠੀਕ ਆ। ਭਾਰਤ ਨੇ ਇਹਦੇ ਵਿੱਚ 15 ਗੇਮਾਂ ਦੇ ਵਿੱਚ ਪਾਰਟਿਸਿਪੇਟ ਲਿਆ ਸੀ, ਠੀਕ ਆ। 15 ਗੇਮਾਂ ਖੇਡੀਆਂ ਸੀ ਮਤਲਬ ਭਾਰਤੀ ਖਿਡਾਰੀਆਂ ਨੇ। ਨੈਕਸਟ ਚੱਲਦੇ ਹਾਂ ਜੀ। ਹੁਣ ਆਊਗਾ ਜੀ ਆਪਾਂ ਨੂੰ ਪਹਿਲਾਂ ਆਊਗਾ ਕਿ ਪਹਿਲਾ 골ਡ ਕਿਹਨੇ ਜਿੱਤਿਆ। ਹੁਣ ਮੀਰਾਬਾਈ ਚਾਨੂ, ਇਹਦੇ ਬਾਰੇ ਤੁਹਾਨੂੰ ਕੱਲੀ ਡਿਟੇਲ ਪਤਾ ਹੋਣੀ ਚਾਹੀਦੀ ਆ, ਠੀਕ ਆ। ਇਹਦੇ ਜੋ ਕਿ ਆਪਾਂ ਪਹਿਲਾਂ ਕੀਤਾ ਸੀਗਾ, ਜੋ ਵੀ ਮੈਂ ਤੁਹਾਨੂੰ ਪਹਿਲੀਆਂ ਸਪੋਰਟਸ ਦੀਆਂ ਕਲਾਸਾਂ ਕਰਵਾਈਆਂ ਨੇ ਜਾਂ ਕਰੰਟ ਅਫੇਅਰ ਵੀ ਕਰਵਾਉਣਾ, ਮੈਂ ਤੁਹਾਨੂੰ ਉਹਦੇ ਵਿੱਚ ਵੀ ਇਹਨਾਂ ਬਾਰੇ ਬਾਰ-ਬਾਰ ਡਿਟੇਲ ਸ਼ੇਅਰ ਕਰਦਾ ਰਹਿਣਾ, ਕਿਉਂਕਿ ਇਹ ਬਹੁਤ ਜ਼ਿਆਦਾ ਨਿਊਜ਼ ਦੇ ਵਿੱਚ ਆ ਰਹੇ ਨੇ, ਠੀਕ ਆ। ਮੀਰਾਬਾਈ ਚਾਨੂ ਨੇ ਰਾਸ਼ਟਰਮੰਡਲ ਖੇਡਾਂ 2022 ਦੇ ਵਿੱਚ ਭਾਰਤ ਲਈ 49 ਕਿਲੋਗ੍ਰਾਮ ਵੇਟ ਲਿਫਟਿੰਗ ਦੇ ਵਿੱਚ ਪਹਿਲਾ 골ਡ ਮੈਡਲ ਜਿੱਤਿਆ, ਠੀਕ ਆ। ਪਹਿਲਾ 골ਡ ਮੈਡਲ ਦਾ ਮਤਲਬ ਆਇਆ ਕਿ ਇਹ ਗੇਮਸ ਦੇ ਵਿੱਚ 2022 ਦੀਆਂ ਗੇਮਸ ਦੇ ਵਿੱਚ ਪਹਿਲਾ 골ਡ ਮੈਡਲ ਕਿਹਨੇ ਜਿੱਤਿਆ ਜੀ? ਮੀਰਾਬਾਈ ਚਾਨੂ ਨੇ ਵੇਟ ਲਿਫਟਿੰਗ ਦੇ ਵਿੱਚ, ਬਸ, ਠੀਕ ਆ ਜੀ। ਹੁਣ ਅੱਗੇ ਆ ਗਿਆ ਜੀ ਜੇਰੇਮ ਲਾਲ ਰੇਨੂਗਾ। ਇਹ ਬੈਡਮਿੰਟਨ ਖੇਡਦੇ ਨੇ। ਇਹਨਾਂ ਨੇ ਕੀ ਕੀਤਾ ਜੀ? ਚੋਟੀ ਦੇ ਉੱਤੇ ਪਹੁੰਚ ਕੇ ਇਹਨਾਂ ਨੇ ਪੋਡੀਅਮ ਤੇ ਕਬਜ਼ਾ ਕਰਨ ਵਾਲਾ ਪਹਿਲਾ ਭਾਰਤੀ ਵਿਅਕਤੀ ਸੀ। ਨੈਕਸਟ ਚੱਲਦੇ ਹਾਂ ਜੀ।
ਹੁਣ ਆ ਗਿਆ ਜੀ ਸੁਧੀਰ ਨੇ ਕੀ ਕੀਤਾ ਜੀ। ਸੁਧੀਰ ਇੱਕ ਇਹੋ ਜਿਹੇ ਨੇ, ਠੀਕ ਆ, ਜਿਨ੍ਹਾਂ ਨੇ ਕਿ CWD G 2022 ਮਤਲਬ ਕਾਮਨਵੈਲਥ ਗੇਮਸ 2022 ਦੇ ਵਿੱਚ ਪੈਰਾ ਸਪੋਰਟਸ ਲਈ ਭਾਰਤ ਲਈ ਪਹਿਲਾ ਤਗਮਾ ਜਿੱਤਿਆ। ਇਹ ਵੀ ਤੁਹਾਨੂੰ ਯਾਦ ਹੋਣਾ ਚਾਹੀਦਾ, ਠੀਕ ਆ। ਉਹ ਪੈਰਾ ਲਿਫਟਿੰਗ ਵੇਟ ਲਿਫਟਿੰਗ ਦੀ ਪੁਰਸ਼ਾਂ ਦੀ ਹੈਵੀ ਵੇਟ ਵਰਗ ਵਿੱਚ ਚੈਂਪੀਅਨ, ਠੀਕ ਆ। ਪੈਰਾ ਦੇ ਵਿੱਚ ਇਹ ਨੇ ਤਾਂ ਆਪਣਾ, ਠੀਕ ਆ ਜੀ। ਹੁਣ ਸੋ ਮੇਲ ਇਹਦੇ ਵਿੱਚ, ਠੀਕ ਆ, ਇੰਡੀਅਨ ਮੈਨ, ਆ ਥੋੜਾ ਜਿਹਾ ਇਹਦੇ ਵਿੱਚ ਟਾਈਪਿੰਗ ਐਰਰ ਆ, ਭਾਰਤੀ ਵਿਅਕਤੀ ਦਾ ਮਤਲਬ ਮੇਲ, ਠੀਕ ਆ ਜੀ। ਸੋ ਜੇਰੀਮੀ ਲਾਲਰਿਨੂਗਾ, ਜੇਕਰ ਆਪਾਂ ਨੂੰ ਆਵੇ ਕਿ ਪਹਿਲਾ ਮੈਡਲ ਕਿਹਨੇ ਜਿੱਤਿਆ ਜਿਹੜਾ ਕਿ ਆਪਣਾ ਮੇਲ ਸੀਗਾ, ਉਹ ਕੌਣ ਸੀਗਾ? ਆਪਣੇ ਜੇਰੇਮੀ ਲਾਲਰਿਨੂਗਾ, ਇਹਨਾਂ ਨੇ ਬੈਡਮਿੰਟਨ ਦੇ ਵਿੱਚ ਜਿੱਤਿਆ ਵਾ, ਠੀਕ ਆ। ਨੈਕਸਟ ਹੁਣ ਆ ਗਿਆ ਜੀ ਸਾਡਾ, ਇਹ ਤਾਂ ਹੋ ਗਈ ਜੀ ਆਪਣੀ 골ਡ ਦੀ ਗੱਲ ਹੋ ਗਈ। ਇਹਨਾਂ ਬਾਰੇ ਵੀ ਆਪਾਂ 골ਡ ਪੜ੍ਹ ਲਿਆ, ਠੀਕ ਆ। ਮੇਲ 골ਡ ਵੀ ਆਪਾਂ ਪੜ੍ਹ ਲਿਆ ਕਿ ਕਿਹਨੇ ਜਿੱਤਿਆ, ਠੀਕ ਆ। ਜੇਰੀਮਾ ਲਾਲਰਿਨੂਗਾ ਨੇ ਜਿੱਤਿਆ ਵਾ, ਤੇ ਮੀਰਾਬਾਈ ਚੰਨੂ ਦਾ ਵੀ ਆਪਾਂ ਪੜ੍ਹ ਲਿਆ। ਹੁਣ ਆਪਾਂ ਥੋੜਾ ਜਿਹਾ ਹੋਰ ਇੰਪੋਰਟੈਂਟ ਪੁਆਇੰਟ ਪੜ੍ਹਦੇ ਹਾਂ ਜੀ ਇਹਦੇ ਵਿੱਚ ਹਾਕੀ ਬਾਰੇ, ਠੀਕ ਆ। ਆਪਣੀ ਜਿਹੜੀ ਮੈਨ ਹਾਕੀ ਟੀਮ ਆ, ਚਾਹੇ ਵੂਮੈਨ ਹਾਕੀ ਟੀਮ ਆ, ਇਹਨਾਂ ਬਾਰੇ ਵੀ ਪੇਪਰ ਦੇ ਵਿੱਚ ਉਹ ਕੁਐਸਚਨ ਪੁੱਛੇ ਜਾਂਦੇ ਨੇ। ਕੀ ਪੁੱਛੇ ਜਾਂਦੇ ਨੇ ਜੀ? ਹੁਣ ਜੀ ਬ੍ਰਿਟੇਨ ਦੇ ਵਿੱਚ ਜਿਹੜੀਆਂ ਬਰਮਿੰਘਮ ਦੇ ਵਿੱਚ ਹੋਈਆਂ ਨੇ ਜਿਹੜੀਆਂ ਹੁਣ ਖੇਡਾਂ, UK ਦੇ ਵਿੱਚ, ਇੰਗਲੈਂਡ ਦੇ ਵਿੱਚ, ਇਹਦੇ ਫਾਈਨਲ ਦੇ ਵਿੱਚ, ਠੀਕ ਆ, ਫਾਈਨਲ 'ਚ ਪਹੁੰਚ ਗਈ ਸੀ ਪਹਿਲੀ ਗੱਲ ਤਾਂ ਭਾਰਤੀ ਪੁਰਸ਼ ਹਾਕੀ ਟੀਮ। ਆਸਟ੍ਰੇਲੀਆ ਦੇ ਖਿਲਾਫ ਬੱਟੇ ਹਾਰ ਗਈ, ਠੀਕ ਆ। 7-0 ਨਾਲ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਭਾਰਤ ਨੇ ਸਿਲਵਰ ਮੈਡਲ ਜਿੱਤਿਆ। ਹੁਣ ਮਤਲਬ ਪਹਿਲੀ ਗੱਲ ਤਾਂ ਇਹ ਕਿ ਫਾਈਨਲ ਚਲੇ ਗਏ ਤਾਂ ਇੱਕ ਨੰਬਰ ਦੇ ਉੱਤੇ ਜਿਹੜੀ ਟੀਮ ਰਹੂਗੀ ਜਿਹਨੇ ਮਤਲਬ ਕਿ ਹਰਾਇਆ, ਚੋਟੀ ਤੇ ਰਹੂਗੀ, ਉਹ ਆ ਗਈ ਆਸਟ੍ਰੇਲੀਆ 골ਡ ਜਿੱਤ ਗਈ, ਠੀਕ ਆ ਜੀ। ਸੋ 2 ਨੰਬਰ ਦੇ ਉੱਤੇ ਜਿਹੜੀ ਹੁਣ ਫਾਈਨਲ ਦੇ ਵਿੱਚ ਹਾਰੀ ਟੀਮ ਕਿਹੜੀ ਹੋਊਗੀ? ਭਾਰਤ, ਇੰਡੀਆ ਹੋਊਗੀ। ਇੰਡੀਆ ਨੇ ਜਿੱਤਿਆ ਜੀ ਸਿਲਵਰ। ਹੁਣ ਜਿਹੜੀ ਤੀਸਰੇ ਨੰਬਰ ਤੇ ਟੀਮ ਰਹੀ ਹੋਊਗੀ ਉਹਨੇ ਆਪਣਾ ਬ੍ਰੌਂਜ ਮੈਡਲ, ਬਸ, ਠੀਕ ਆ ਜੀ। ਇਹ ਚੀਜ਼ਾਂ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ, ਠੀਕ ਆ। ਸੋ ਪਹਿਲੇ 2 ਜ਼ਿਆਦਾ ਇੰਪੋਰਟੈਂਟ ਬਣਦੇ ਨੇ, ਇੱਕ ਸਿਲਵਰ, ਇੱਕ 골ਡ, ਠੀਕ ਆ ਜੀ। ਸੋ ਇਹਦੇ ਵਿੱਚ ਸਭ ਤੋਂ ਵੱਧ 골ਡ ਕਿਹਨੇ ਕੀਤੇ? ਹਰਮਨਪ੍ਰੀਤ ਸਿੰਘ ਨੇ ਸਭ ਤੋਂ ਵੱਧ ਆਪਣੇ 9 ਗੋਲ ਕੀਤੇ ਆ ਭਾਰਤੀ ਹਾਕੀ ਟੀਮ ਵੱਲੋਂ। ਨੈਕਸਟ ਆ ਗਿਆ, ਹੁਣ ਆ ਗਿਆ ਜੀ ਸਾਡੇ ਕੋਲ ਰਾਸ਼ਟਰਮੰਡਲ ਖੇਡਾਂ 2022 ਔਰਤਾਂ ਦੀਆਂ ਖੇਡਾਂ। ਭਾਰਤ ਦੀਆਂ ਔਰਤਾਂ ਨੇ ਪੈਨਲਟੀ ਸ਼ੂਟ ਆਊਟ ਦੇ ਵਿੱਚ, ਠੀਕ ਆ, ਨਿਊਜ਼ੀਲੈਂਡ ਨੂੰ 2-1 ਨਾਲ ਹਰਾ ਕੇ, ਸੋ ਇੱਥੇ ਆਪਣੀ ਭਾਰਤੀ ਟੀਮਾਂ ਕਾਂਸੀ ਦਾ ਤਗਮਾ ਜਿੱਤ ਪਾਈਆਂ ਨੇ, ਠੀਕ ਆ। ਸਲੀਮਾ ਟੈਟੇ ਨੇ ਨਿਯਮਤ ਸਮੇਂ 'ਚ ਜਿਹੜਾ ਮਤਲਬ ਇੱਕ ਪੈਨਲਟੀ ਸ਼ੂਟ ਆਊਟ ਹੋਇਆ ਉਹਦੇ ਵਿੱਚ 1 ਗੋਲ ਕਰਕੇ 2-1 ਦੀ बढ़त ਦਵਾ ਕੇ ਆਪਾਂ ਨੂੰ ਇਹ ਕਾਂਸੀ ਦਾ ਤਗਮਾ ਜਿਤਾਇਆ, ਠੀਕ ਹੈ। ਨਿਊਜ਼ੀਲੈਂਡ ਦੇ ਨਾਲ ਇਹ ਮੈਚ ਸੀਗਾ, ਠੀਕ ਆ। ਸੋ ਇਹਨਾਂ ਨੇ ਆਪਣਾ ਕੀ ਜਿੱਤਿਆ? ਬ੍ਰੌਂਜ ਜਿੱਤਿਆ। ਆਪਣੇ ਮੈਨਸ ਨੇ ਕੀ ਜਿੱਤਿਆ? ਠੀਕ ਹੈ, ਯਾਦ ਰੱਖਣਾ, ਠੀਕ ਆ। ਕਾਂਸੀ ਦਾ ਤਗਮਾ ਬ੍ਰੌਂਜ ਜਿੱਤਿਆ ਵਾ, ਤੁਹਾਨੂੰ ਯਾਦ ਹੋਣਾ ਚਾਹੀਦਾ ਵਾ। ਤੇ ਜਿਹੜੇ ਆਪਣੇ ਮੇਲ ਆ, ਠੀਕ ਆ ਜੀ, ਆਪਣੀ ਮੇਲ ਹਾਕੀ ਟੀਮ, ਮੈਨਸ ਹਾਕੀ ਟੀਮ ਜਿਹਨੂੰ ਆਪਾਂ ਕਹਿ ਦਿੰਦੇ ਆ ਮੈਨਸ ਹਾਕੀ ਟੀਮ, ਇਹਨਾਂ ਨੇ ਕੀ ਜਿੱਤਿਆ? ਇਹਨਾਂ ਨੇ ਜਿੱਤਿਆ ਸਿਲਵਰ। ਇਹ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ ਪੁਆਇੰਟ। ਨੈਕਸਟ ਚੱਲਦੇ ਹਾਂ ਜੀ। ਹੁਣ ਨੈਕਸਟ ਕੀ ਹੁੰਦਾ ਜੀ? ਭਾਰਤ ਨੇ ਸਭ ਤੋਂ ਪਹਿਲਾਂ, ਜੇਕਰ ਆਪਾਂ ਨੂੰ ਪੁੱਛੇ ਕਿ ਭਾਰਤ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਦੋਂ ਹੋਇਆ ਸੀ, ਪਹਿਲੀ ਗੱਲ ਤਾਂ ਭਾਰਤ ਨੇ ਸਿਰਫ ਇੱਕ ਵਾਰੀ ਹੋਸਟ ਕੀਤਾ ਵਾ, ਠੀਕ ਹੈ। ਇੱਕ ਵਾਰੀ ਹੋਸਟ ਕੀਤਾ ਵਾ ਕਾਮਨਵੈਲਥ ਗੇਮਸ ਨੂੰ 2010 'ਚ ਕੀਤਾ ਸੀ, ਦਿੱਲੀ 'ਚ ਕੀਤਾ ਸੀ। ਪੇਪਰ 'ਚ ਡਾਇਰੈਕਟ ਕੁਐਸਚਨ ਬਣਦਾ ਕਿ ਇੱਕ ਵਾਰ ਭਾਰਤ ਨੇ ਜਦੋਂ ਹੋਸਟ ਕੀਤਾ ਸੀ, ਕਿੱਥੇ ਕੀਤਾ ਸੀ? ਦਿੱਲੀ 'ਚ ਕੀਤਾ ਸੀ। ਉਹੀ ਭਾਰਤ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਰਿਹਾ ਸੀ। ਇਹ 'ਚ ਭਾਰਤ ਨੇ 38 골ਡ ਜਿੱਤ ਕੇ 101 ਮੈਡਲ ਟੋਟਲ ਜਿੱਤੇ ਸੀ, ਠੀਕ ਹੈ। ਹੁਣ ਇਸ ਵਾਰ ਤਾਂ 61 ਮੈਡਲ ਜਿੱਤੇ ਆ, ਦੇਖ ਲਓ ਕਿੰਨਾ ਫਰਕ ਆ, ਠੀਕ ਹੈ, 40 ਮੈਡਲਾਂ ਦਾ ਫਰਕ। ਹੁਣ ਆਹ ਦੇਖ ਲਓ ਜੀ, PSSB ਦੇ ਜੇਲ੍ਹ ਵਾਰਡਨ ਦੇ ਪੇਪਰ ਦੇ ਵੀ ਇੱਕ ਸ਼ਿਫਟ ਦੇ ਵਿੱਚ ਆਹ ਕੁਐਸਚਨ ਦੇਖਣ ਨੂੰ ਮਿਲਿਆ ਸੀ। PSSB ਜੇਲ੍ਹ ਵਾਰਡਨ ਦੀ ਸ਼ਿਫਟ ਦੇ ਵਿੱਚ ਉਹਨਾਂ ਨੇ ਸਿੱਧਾ ਕੁਐਸਚਨ ਪਾਇਆ ਹੋਇਆ ਸੀ, ਮੈਂ ਟੈਲੀਗ੍ਰਾਮ ਤੇ ਵੀ ਪਾਇਆ। ਬਹੁਤ ਕੈਂਡੀਡੇਟ ਨੇ ਗਲਤ ਕਰਕੇ ਮਿਲਖਾ ਸਿੰਘ ਲਾਇਆ ਹੋਇਆ ਸੀ, ਠੀਕ ਆ। ਸੋ ਇਹਦਾ ਮਤਲਬ ਤੁਸੀਂ ਆਪਣੀਆਂ ਜਿਹੜੀਆਂ PYQ ਮੈਂ ਸੀਰੀਜ਼ ਕਰਵਾਈ ਹੋਈ ਆ ਉਹ ਦੇਖ ਨਹੀਂ ਰਹੇ। ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਜਿਹੜੀ ਵੀ ਕਲਾਸ ਮੈਂ ਇਸ ਟਾਈਮ ਦੇ ਉੱਤੇ ਕਰਵਾਉਣਾ, ਖਾਸ ਕਰ ਬਹੁਤ ਜ਼ਿਆਦਾ ਇੰਪੋਰਟੈਂਟ ਜਿਹੜੀ ਬਣਦੀ ਆ ਮੈਂ ਉਹੀ ਕਰਵਾ ਰਿਹਾ ਵਾਂ। ਉਹਦੇ ਵਿੱਚੋਂ ਤੁਹਾਨੂੰ ਬਾਰ-ਬਾਰ ਕੁਐਸਚਨ ਦੇਖਣ ਨੂੰ ਮਿਲਣਗੇ। ਹੁਣ ਜੇਕਰ ਸਾਰੀ GK ਤਾਂ ਕਵਰ ਨਹੀਂ ਹੋ ਸਕਦੀ ਹੈ, ਠੀਕ ਆ। ਸੋ ਤੁਸੀਂ ਜਿਹੜੀ ਇੰਪੋਰਟੈਂਟ ਚੀਜ਼ ਛੱਡ ਕੇ, ਜੇਕਰ ਤੁਸੀਂ ਜਿਹੜੀਆਂ ਚੀਜ਼ਾਂ ਪੇਪਰ ਦੇ ਵਿੱਚ ਨਹੀਂ ਪੁੱਛੀਆਂ ਜਾਂਦੀਆਂ ਉਹਦੇ ਉੱਤੇ ਜ਼ਿਆਦਾ ਫੋਕਸ ਕਰੋਗੇ ਤਾਂ ਤੁਸੀਂ ਆਪ ਖੁਦ ਸੋਚ ਕੇ ਅੰਦਾਜ਼ਾ ਲਗਾਓ ਕਿ ਪੇਪਰ ਦੇ ਵਿੱਚ ਤੁਹਾਨੂੰ ਇਹਦੇ ਨਾਲ ਫਿਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਵਾ, ਠੀਕ ਆ। ਸੋ ਇਹ ਚੀਜ਼ ਨਾ ਕਰੋ, ਠੀਕ ਆ ਜੀ। ਜਿਹੜੀਆਂ ਕਲਾਸਾਂ ਮੈਂ ਤੁਹਾਨੂੰ ਕਰਵਾ ਰਿਹਾ ਪਲੀਜ਼ ਉਹਨੂੰ ਪਹਿਲਾਂ ਚੰਗੀ ਤਰ੍ਹਾਂ ਕਰੋ, ਫਿਰ ਬਾਕੀ ਦੀਆਂ ਚੀਜ਼ਾਂ ਜੇਕਰ ਤੁਹਾਡੇ ਕੋਲ ਸਮਾਂ ਬਚਦਾ ਹੌਲੀ-ਹੌਲੀ ਕਰਦੇ ਰਹੋ, ਠੀਕ ਆ। ਸੋ ਹੁਣ ਜੀ ਇਹ ਕੁਐਸਚਨ ਉਹਨਾਂ ਨੇ ਪੁੱਛਿਆ ਸੀ ਕਿ ਭਾਰਤ ਵੱਲੋਂ ਕਾਮਨਵੈਲਥ ਗੇਮਸ ਦੇ ਵਿੱਚ ਸਭ ਤੋਂ ਪਹਿਲਾਂ ਕੋਈ ਵੀ ਤਗਮਾ, ਇਹ ਚੀਜ਼ ਨਹੀਂ ਤੁਸੀਂ ਪੜ੍ਹੀ ਗਈ, ਠੀਕ ਆ। ਕੋਈ ਵੀ ਤਗਮਾ ਜਿੱਤਣ ਵਾਲਾ ਪਹਿਲਾ ਕੌਣ ਸੀਗਾ ਜੀ? ਪਹਿਲਾ ਵਿਅਕਤੀ ਕੌਣ ਸੀ? ਇੰਡੀਵਿਜੂਅਲ ਕੌਣ ਸੀ ਜੀ? ਆਪਣਾ ਭਾਰਤੀ ਰੈਸਲਰ ਸੀਗਾ ਰਾਸ਼ਿਦ ਅਨਵਰ। ਇਹਨੇ 1934 ਦੇ ਵਿੱਚ ਪਹਿਲਾ ਤਗਮਾ ਜਿੱਤਣ ਵਾਲੇ ਇਹੋ ਸੀ। ਕਿਹੜਾ ਮੈਡਲ ਜਿੱਤਿਆ ਸੀ? ਇਹਨਾਂ ਨੇ ਬ੍ਰੌਂਜ਼ ਮੈਡਲ ਜਿੱਤਿਆ ਸੀ। ਇਹ ਵੀ ਤੁਹਾਨੂੰ ਯਾਦ ਹੋਣਾ ਚਾਹੀਦਾ, ਮੋਸਟ ਇੰਪੋਰਟੈਂਟ ਆ। PYQ ਇਹ 2-3 ਵਾਰੀ ਰਿਪੀਟ ਹੋ ਚੁੱਕਾ। ਇੱਕ ਵਾਰ ਤਾਂ 2021 'ਚ ਹੀ ਰਿਪੀਟ ਹੋਇਆ, ਠੀਕ ਆ। ਬਹੁਤ ਵਾਰ, ਚਾਹੇ ਕੋਈ ਵੀ ਪੇਪਰ ਦੇਣਾ, ਚਾਹੇ ਤੁਸੀਂ SSC ਦਾ ਪੇਪਰ ਦੇਣਾ, ਚਾਹੇ ਤੁਸੀਂ ਕੋਈ ਵੀ ਪੇਪਰ ਦੇਣਾ, ਇਹਦੇ ਵਿੱਚ ਉਹ ਕੁਐਸਚਨ ਜ਼ਰੂਰ ਪੁੱਛਿਆ ਜਾਂਦਾ ਵਾ। ਹੁਣ ਦੇਖੋ ਜੀ, ਆਹ ਦੂਸਰੇ ਦੇ ਵਿੱਚ ਵੀ ਤੁਸੀਂ ਥੋੜੇ ਜਿਹੇ ਕਨਫਿਊਜ਼ ਹੋ ਰਹੇ ਸੀ ਜੀ। ਇਹਦੇ ਵਿੱਚ ਕੀ ਆਇਆ ਸੀਗਾ? ਇਹਨਾਂ ਨੇ ਪੁੱਛਿਆ ਲਏ ਸੀ, ਇਹਦੇ ਵਿੱਚ ਉਹਨਾਂ ਨੇ ਇਹ ਨਹੀਂ ਪੁੱਛਿਆ, ਇਹਨਾਂ ਨੇ ਇਹ ਪੁੱਛਿਆ ਕਿ ਭਾਰਤ ਵੱਲੋਂ ਰਾਸ਼ਟਰਮੰਡਲ ਖੇਡਾਂ, ਇਹ ਵੀ PSSB ਦਾ ਕਿਸੇ ਪੇਪਰ ਦਾ ਕੁਐਸਚਨ ਆ, ਸ਼ਾਇਦ ਜੇਲ੍ਹ ਵਾਰਡਨ ਦੀ ਹੀ ਇੱਕ ਸ਼ਿਫਟ ਦੇ ਵਿੱਚ ਪੁੱਛਿਆ ਗਿਆ ਸੀ ਉਹਨਾਂ ਨੇ ਕਿ ਭਾਰਤ ਵੱਲੋਂ ਜਿਹੜਾ ਪਹਿਲਾ ਸੋਨ ਤਗਮਾ ਕਿਹੜੇ ਸਾਲ 'ਚ ਜਿੱਤਿਆ ਸੀ। ਦੇਖੋ ਹੁਣ ਉਹਨਾਂ ਨੇ ਸਾਲ ਪੁੱਛਿਆ। ਸੋ ਇਸ ਵਾਰ ਇਹਨਾਂ ਨੇ
ਇੱਥੇ ਇਹਨਾਂ ਨੇ ਪੁੱਛਿਆ ਸੀ ਕਿ ਕਿਹਨੇ ਜਿੱਤਿਆ ਸੀ, ਰਸ਼ੀਦ ਅਨਵਰ ਨੇ ਜਿੱਤਿਆ ਸੀ 1934 ਦੇ ਵਿੱਚ, ਠੀਕ ਆ। ਹੋ ਸਕਦਾ ਅਗਲੇ ਪੇਪਰ ਦੇ ਵਿੱਚ ਉਹ ਤੁਹਾਨੂੰ ਸਾਲ ਪੁੱਛ ਲੈਣ ਕਿ ਦੱਸੋ ਕਿਹੜੇ ਸਾਲ ਜਿੱਤਿਆ ਸੀ ਭਾਰਤ ਨੇ ਕੋਈ ਵੀ ਮੈਡਲ। ਇਸ ਵਾਰ ਉਹਨਾਂ ਨੇ ਰਸ਼ੀਦ ਅਨਵਰ ਪੁੱਛ ਲਿਆ, ਅਗਲੀ ਵਾਰ ਉਹ ਸਾਲ ਪੁੱਛ ਲੈਣਗੇ। ਇਸੇ ਤਰ੍ਹਾਂ ਪੇਪਰ ਦੇ ਵਿੱਚ ਕੁਐਸਚਨ ਘੁਮਾਉਂਦੇ ਹੁੰਦੇ ਨੇ ਉਹ। ਸੋ ਇਸੇ ਲਈ ਤੁਹਾਨੂੰ ਇਸ ਦੋਨੇ ਚੀਜ਼ਾਂ ਤੇ ਫੋਕਸ ਕਰਨਾ ਪੈਣਾ। ਸੋ ਕਿਹੜਾ ਜਿੱਤਿਆ, ਹੋ ਸਕਦਾ ਐਂ ਵੀ ਪੁੱਛ ਸਕਦੇ ਕਿਹੜਾ ਮੈਡਲ ਜਿੱਤਿਆ, ਤਾਂ ਬ੍ਰੋਂਜ਼ ਜਿੱਤਿਆ ਸੀਗਾ। ਹੁਣ ਜੀ ਇਹ ਇਹਨਾਂ ਨੇ ਪੁੱਛ ਲਿਆ ਸੀ ਕਿ ਕਿਹੜੇ ਸਾਲ ਦੇ ਵਿੱਚ 440 ਗਜ ਦੀ ਦੌੜ ਜਿੱਤੀ ਸੀ, ਇਹਦੇ ਵਿੱਚ ਸੋਨ ਤਗਮਾ ਜਿੱਤਿਆ ਸੀ ਜੀ, 골ਡ ਮੈਡਲ ਮਿਲਖਾ ਸਿੰਘ ਨੇ ਜਿੱਤਿਆ ਸੀਗਾ, ਠੀਕ ਹੈ। ਇਹ ਯਾਦ ਹੋਣਾ ਚਾਹੀਦਾ। 440 ਗਜ ਦੀ 440 ਯਾਰਡਸ ਦੀ ਰੇਸ ਹੋਈ ਸੀ 1958 ਦੇ ਵਿੱਚ ਕਾਰਡਿਫ ਦੇ ਵਿੱਚ। ਭਾਰਤ ਨੇ ਪਹਿਲਾ ਇੰਡੀਵਿਜੂਅਲ 골ਡ ਮੈਡਲ ਜਿੱਤਿਆ ਸੀ, ਠੀਕ ਆ। ਬਸ ਹੋ ਗਿਆ ਹੈ। ਨੈਕਸਟ ਚੱਲਦੇ ਹਾਂ ਜੀ ਹੁਣ ਆਪਾਂ। ਹੁਣ ਜੀ ਕ੍ਰਿਕਟ ਮੇਨ ਇੰਪੋਰਟੈਂਟ ਇਸ ਵਾਰ ਪੇਪਰ ਦੇ ਵਿੱਚ ਤੁਹਾਨੂੰ ਮੈਂ ਕਰੰਟ ਅਫੇਅਰ 'ਚ ਵੀ ਤੁਹਾਨੂੰ ਇੱਕ ਦੇ ਵਿੱਚ ਕੁਐਸਚਨ ਕਰਵਾਇਆ ਹੋਇਆ ਵਾ ਕਿ ਜਿਹੜਾ ਕ੍ਰਿਕਟ ਆ 24 ਸਾਲਾਂ ਬਾਅਦ ਰਾਸ਼ਟਰਮੰਡਲ ਖੇਡਾਂ ਦੇ ਵਿੱਚ ਵਾਪਸ ਕਰਨ ਲੱਗਿਆ। ਇਸ ਤੋਂ ਪਹਿਲਾਂ 1998 ਦੇ ਵਿੱਚ ਜਿਹੜਾ ਮੈਨਸ ਦਾ 50 ਓਵਰ ਦਾ ਟੂਰਨਾਮੈਂਟ ਹੋਇਆ ਸੀ, ਠੀਕ ਆ। ਹੁਣ ਇਸ ਵਾਰ ਕ੍ਰਿਕਟ ਦੀ ਵਾਪਸੀ ਹੋਈ ਆ, ਪਰ ਕ੍ਰਿਕਟ ਦੇ ਵਿੱਚ ਸਿਰਫ ਮਹਿਲਾ ਕ੍ਰਿਕਟ ਟੀਮ ਦੀ, ਸਿਰਫ ਵੂਮੈਨਸ T20 ਕ੍ਰਿਕਟ ਦੀ ਵਾਪਸੀ ਹੋਈ ਆ, ਠੀਕ ਆ। ਭਾਰਤ ਵੱਲੋਂ ਵੀ ਵੂਮੈਨਸ ਕ੍ਰਿਕਟ T20 ਨੇ T20 ਕ੍ਰਿਕਟ ਦੇ ਵਿੱਚ ਭਾਗ ਲਿਆ ਵਾ। ਇਸ ਦੇ ਵਿੱਚ ਕੋਈ ਵੀ ਮਰਦ ਨਹੀਂ ਹੋਇਆ, ਮਤਲਬ ਇਹਦਾ ਸੇਮ ਟੂ ਸੇਮ ਇਹੀ ਆ ਕਿ ਇਹਦੇ ਵਿੱਚ ਜਿਹੜਾ ਮੈਨ ਟੂਰਨਾਮੈਂਟ ਆ ਉਹ ਨਹੀਂਗਾ, ਕ੍ਰਿਕਟ ਦਾ ਵੂਮੈਨ ਟੂਰਨਾਮੈਂਟ ਆ। ਪੇਪਰ 'ਚ ਡਾਇਰੈਕਟ ਕੁਐਸਚਨ ਇਹ ਆਉਣ ਦਾ ਪੂਰਾ ਐਕਸਪੈਕਟਡ ਕੁਐਸਚਨ ਆ, ਠੀਕ ਆ। ਇਹ ਤੁਹਾਨੂੰ ਯਾਦ ਹੋਣਾ ਚਾਹੀਦਾ ਵਾ। ਨੈਕਸਟ ਚੱਲਦੇ ਹਾਂ। ਹੁਣ ਇਹ ਵੀ ਦੇਖ ਲਓ ਜੀ, ਜਿਹੜੀ ਮਹਿਲਾ ਕ੍ਰਿਕਟ ਟੀਮ ਨੇ ਹੁਣ ਕੀਤਾ ਕੀ ਆ ਇਹਨਾਂ ਨੇ ਜੀ, ਇਹ ਵੀ ਇੱਕ ਹਿਸਟਰੀ ਕ੍ਰੀਏਟ ਕਰਤੀ ਹੋਈ ਆ। ਸੋ ਪੇਪਰ ਦੇ ਵਿੱਚ ਇੱਕ ਹੋਰ ਚੀਜ਼ ਤੁਹਾਨੂੰ ਯਾਦ ਕਰਨ ਵਾਲੀ, ਬਟ ਜੇ ਤੁਸੀਂ ਰਿਲੇਟ ਕਰਕੇ ਪੜ੍ਹੀ ਜਾਓਗੇ ਨਾ, ਜਿਵੇਂ ਹੁਣ ਮੰਨ ਲਓ ਮਹਿਲਾ ਕ੍ਰਿਕਟ ਟੀਮ ਨੇ ਇਹਦੇ ਵਿੱਚ ਵਾਪਸੀ ਕੀਤੀ ਆ, ਠੀਕ ਆ। ਵਾਪਸੀ ਕਰਕੇ ਇਹਨਾਂ ਨੇ ਕਿਹੜਾ ਮੈਡਲ ਜਿੱਤਿਆ, ਦੇਸ਼ ਦਾ ਪਹਿਲਾ ਕ੍ਰਿਕਟ ਦੇ ਵਿੱਚ ਕਾਮਨਵੈਲਥ ਗੇਮਸ ਦੇ ਵਿੱਚ ਕ੍ਰਿਕਟ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਕੋਈ ਤਗਮਾ ਜਿੱਤਿਆ ਵਾ। ਕਿਹੜਾ ਜਿੱਤਿਆ ਜੀ, ਸਿਲਵਰ ਮੈਡਲ ਜਿੱਤਿਆ ਇੰਡੀਅਨ ਵੂਮੈਨਸ ਕ੍ਰਿਕਟ ਟੀਮ ਨੇ, ਠੀਕ ਆ। ਬਹੁਤ 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 ਇੰਪੋਰਟੈਂਟ ਕੁਐਸਚਨ ਬਣਦਾ, ਹਾਸਲ ਕੀਤਾ ਹੈ। ਭਾਰਤ ਨੇ ਸੋਨ ਤਗਮਾ ਜਿੱਤਣ ਵਾਲੇ ਆਸਟ੍ਰੇਲੀਆ ਦੇ ਖਿਲਾਫ ਸਿਰਫ 9 ਦੌੜਾਂ ਨਾਲ 골ਡ ਮੈਡਲ ਮੈਚ ਹਾਰਿਆ, ਮਤਲਬ 골ਡ ਮੈਡਲ ਇਹਨਾਂ ਨੂੰ ਸਿਰਫ 9 ਰਨਸ ਨਾਲ ਹਾਰੀ ਸੀ ਆਪਣੀ ਆਸਟ੍ਰੇਲੀਆ ਦੇ ਨਾਲ। ਆਸਟ੍ਰੇਲੀਆ ਨੇ 골ਡ ਜਿੱਤਿਆ ਤੇ ਆਪਣੀ ਵੂਮੈਨਸ ਫੀਮੇਲ ਕ੍ਰਿਕਟਰਸ ਨੇ ਕੀ ਜਿੱਤਿਆ ਵਾ, ਇਹਨਾਂ ਨੇ ਸਿਲਵਰ ਮੈਡਲ ਜਿੱਤਿਆ। ਸੋ ਬਹੁਤ ਹੀ ਜ਼ਬਰਦਸਤ ਪਰਫਾਰਮੈਂਸ ਦਿੱਤੀ ਆ, ਬਹੁਤ ਜ਼ਬਰਦਸਤ ਪਰਫਾਰਮੈਂਸ ਆਪਾਂ ਕਹਿ ਸਕਦੇ ਹਾਂ ਵੂਮੈਨਸ ਕ੍ਰਿਕਟ ਟੀਮ ਨੇ। ਹੁਣ ਜੀ ਇਹਦਾ ਕੈਪਟਨ ਯਾਦ ਹੋਣੇ ਚਾਹੀਦਾ ਤੁਹਾਨੂੰ, ਹਰਮਨਪ੍ਰੀਤ ਕੌਰ ਇਹਦੇ ਕੈਪਟਨ ਨੇ, ਤੇ ਇਹਦੇ ਉਪ ਕਪਤਾਨ ਕੌਣ ਨੇ, ਵਾਈਸ ਕੈਪਟਨ ਸਮ੍ਰਿਤੀ ਮੰਦਾਨਾ। ਇਹਨੇ 2022 ਦੇ ਵਿੱਚ ਕਪਤਾਨ ਤੇ ਉਪ ਕਪਤਾਨ ਰਹੀ, ਠੀਕ ਹੈ ਜੀ। ਸੋ ਕ੍ਰਿਕਟ ਦੇ ਉੱਤੇ ਮੇਰੀ ਵੀਡੀਓ ਤੁਹਾਡੀ ਬਣਾਈ ਹੋਈ ਆ, ਬਹੁਤ 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 ਜ਼ਿਆਦਾ ਇੰਪੋਰਟੈਂਟ ਪੁਆਇੰਟ ਉਹ 'ਚ ਕਵਰ ਹੋਣਗੇ, ਠੀਕ ਹੈ ਜੀ। ਇਸ ਤੋਂ ਪਹਿਲਾਂ ਮਿਤਾਲੀ ਰਾਜ ਵੀ ਆਪਣੀ ਟੀਮ ਦੇ ਕੈਪਟਨ ਹੁੰਦੇ ਸੀ। ਮਿਤਾਲੀ ਰਾਜ ਹੁਣ ਰੀਸੈਂਟਲੀ 2021 ਦੇ ਵਿੱਚ ਇਹਨਾਂ ਨੂੰ ਰਿਟਾਇਰਮੈਂਟ ਮਿਲ ਗਈ ਸੀ, ਇਹ ਲੈ ਲਈ ਸੀ, ਰਿਟਾਇਰਮੈਂਟ ਲੈ ਲਈ ਸੀ ਇਹਨਾਂ ਨੇ, ਠੀਕ ਆ। ਮਿਤਾਲੀ ਰਾਜ ਨੇ, ਮਿਤਾਲੀ ਰਾਜ ਦੇ ਉੱਤੇ ਹੁਣ ਰੀਸੈਂਟਲੀ ਇੱਕ ਬਾਇਓਪਿਕ ਬਣੀ ਆ ਜੀ, ਸ਼ਾਬਾਸ਼ ਮਿੱਥੂ ਕਰਕੇ। ਇਹ ਵੀ ਯਾਦ ਕਰ ਲਓ, ਕਿਉਂਕਿ ਜਦੋਂ ਕੋਈ ਵੀ ਪਰਸਨ ਨਿਊਜ਼ ਦੇ ਵਿੱਚ ਹੁੰਦਾ ਨਾ, ਉਹਦੇ 'ਚੋਂ ਕੋਈ ਵੀ ਕੁਐਸਚਨ ਪੁੱਛਿਆ ਜਾ ਸਕਦਾ। ਹੁਣ ਦੇਖੋ ਜੀ, ਸ਼ਾਬਾਸ਼ ਮਿੱਥੂ ਕਰਕੇ ਇਹਨਾਂ ਦੇ ਉੱਤੇ ਇੱਕ ਬਾਇਓਗ੍ਰਾਫੀ ਬਣੀ ਆ ਮਿਥਾਲੀ ਰਾਜ ਤੇ ਇਹਦੇ ਵਿੱਚ ਮਿਥਾਲੀ ਰਾਜ ਦਾ ਜਿਹੜਾ ਕਰੈਕਟਰ ਆ ਕਿਹਨੇ ਉਹ ਕੀਤਾ ਵਾ, ਤਾਪਸੀ ਪੰਨੂ, ਠੀਕ ਆ। ਹੀਰੋਇਨ ਕੌਣ ਆ ਇਹਦੀ, ਤਾਪਸੀ ਪੰਨੂ ਨੇ ਇਹਦੇ ਵਿੱਚ ਇਹ ਅਲੱਗ ਤੋਂ ਨੋਟ ਕਰ ਲਿਓ, ਠੀਕ ਆ। ਤਾਪਸੀ ਪੰਨੂ ਨੇ ਸ਼ਾਬਾਸ਼ ਮਿੱਥੂ ਦੇ ਵਿੱਚ ਉਹ ਕੀਤਾ ਵਾ। ਹੁਣ ਮਿਥਾਲੀ ਰਾਜ ਦੇ ਉੱਤੇ ਇੱਕ ਹੋਰ ਕੁਐਸਚਨ ਤੁਹਾਨੂੰ ਇਹਨਾਂ ਦੇ ਉੱਤੇ ਇੱਕ ਕੁਐਸਚਨ ਬਣ ਚੁੱਕਿਆ 2021 ਦੇ ਵਿੱਚ ਕਿ ਸਭ ਤੋਂ 10,000 ਦੌੜਾਂ ਪੂਰੀਆਂ ਕਰਨ ਵਾਲੀ ਕਿਹੜੀ ਫੀਮੇਲ ਕ੍ਰਿਕਟਰ ਪਹਿਲੀ ਕ੍ਰਿਕਟਰ ਬਣ ਗਈ ਸੀ, ਇਹ ਵੀ ਮਿਥਾਲੀ ਰਾਜ ਸੀ, ਠੀਕ ਆ। ਸੋ ਇਹ ਚੀਜ਼ਾਂ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ, ਠੀਕ ਆ। ਸੋ ਬਾਕੀ ਮੈਂ ਤੁਹਾਨੂੰ ਕ੍ਰਿਕਟ ਟੌਪਿਕ ਦੇਖੋ, ਉਹਦੇ ਵਿੱਚ ਮੈਂ ਮਿਥਾਲੀ ਰਾਜ ਬਾਰੇ ਤੁਹਾਨੂੰ ਸਾਰੀ ਹਿਸਟਰੀ ਪੜ੍ਹਾਤੀ ਆ ਕਿ ਉਹਨਾਂ ਦਾ ਰੋਲ, ਜਿਵੇਂ ਆਪਾਂ ਮੇਲ ਕ੍ਰਿਕਟ ਦੇ ਵਿੱਚ ਆਪਾਂ ਮੈਨ ਕ੍ਰਿਕਟ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਨਾ ਕਿ ਹਾਂ ਸਚਿਨ ਤੰਦੂਲਕਰ ਦਾ ਜੋ ਰੋਲ ਆ, ਉਸੇ ਤਰ੍ਹਾਂ ਮਿਥਾਲੀ ਰਾਜ ਦਾ ਦੁਨੀਆ ਦੇ ਉੱਤੇ, ਦੁਨੀਆ ਦੇ ਜਿਵੇਂ ਆਪਾਂ ਸਚਿਨ ਤੰਦੂਲਕਰ ਨੂੰ ਕਹਿੰਦੇ ਆ ਨਾ ਕਿ ਸਭ ਤੋਂ ਵੱਧ ਰਨਸ ਬਣਾਏ ਨੇ ਜਾਂ ਸਭ ਤੋਂ ਜ਼ਿਆਦਾ ਸੈਂਚੁਰੀਜ਼ ਆ, ਇਸੇ ਤਰ੍ਹਾਂ ਮਿਥਾਲੀ ਰਾਜ ਦਾ ਵਿਸ਼ਵ ਕ੍ਰਿਕਟ ਦੇ ਵਿੱਚ ਇੰਡੀਆ ਦੇ ਪੂਰੇ ਵਿਸ਼ਵ ਕ੍ਰਿਕਟ ਵੱਲੋਂ ਸਭ ਤੋਂ ਵੱਧ ਰਨਾਂ ਸਕੋਰਰ ਆ, ਠੀਕ ਆ। ਸੋ ਤੁਸੀਂ ਦੇਖ ਸਕਦੇ ਹੋ ਜਾ ਕੇ ਉਹ ਵੀਡੀਓ ਦੇ ਵਿੱਚ। ਹੁਣ ਆ ਗਿਆ ਜੀ ਪੀਵੀ ਸਿੰਧੂ ਨੇ ਕੀ ਕੀਤਾ ਜੀ, 2014 ਦੇ ਵਿੱਚ ਗਲੈਸਗੋ ਦੇ ਵਿੱਚ ਬ੍ਰੋਂਜ ਜਿੱਤਿਆ ਸੀ। ਪਹਿਲੀ ਗੱਲ ਤਾਂ ਹੁਣ ਪੀਵੀ ਸਿੰਧੂ ਨੇ ਇਸ ਵਾਰ ਕਿਹੜਾ 골ਡ ਜਿੱਤਿਆ, ਪਹਿਲੀ ਗੱਲ ਤਾਂ ਬੈਡਮਿੰਟਨ ਦੇ ਵਿੱਚ ਦੇਖੋ ਜੀ 2014 ਦੇ ਵਿੱਚ ਇਹਨਾਂ ਨੇ ਬ੍ਰੋਂਜ ਜਿੱਤਿਆ ਸੀ। ਹੁਣ ਇਹਨਾਂ ਦਾ ਦੇਖੋ 1 ਨੰਬਰ ਦੇ ਉੱਤੇ ਇਹਨਾਂ ਨੇ ਪਹਿਲਾਂ ਬ੍ਰੋਂਜ ਜਿੱਤਿਆ 14 ਦੇ ਵਿੱਚ, 14 'ਚ ਬ੍ਰੋਂਜ ਮੈਡਲ ਜਿੱਤਿਆ। 18 ਦੇ ਵਿੱਚ ਦੇਖੋ 4 ਸਾਲ ਬਾਅਦ ਫਿਰ ਗੇਮਾਂ ਹੋਈਆਂ, 18 ਦੇ ਵਿੱਚ 골ਡ ਕੋਸਟ ਆਸਟ੍ਰੇਲੀਆ ਦੇ ਵਿੱਚ ਇਹਨਾਂ ਨੇ ਕੀ ਜਿੱਤ ਲਿਆ, ਇਹਨਾਂ ਨੇ ਜਿੱਤ ਲਿਆ ਸਿਲਵਰ ਮੈਡਲ। ਦੇਖੋ ਹੁਣ ਕਿੰਨਾ ਇਹਨਾਂ ਦਾ ਪਰਫਾਰਮੈਂਸ, ਜਾਣੀ ਕਿ ਹਰੇਕ 4 ਸਾਲਾਂ ਬਾਅਦ, ਜਦੋਂ ਹਰੇਕ ਸਾਲ ਬਾਅਦ ਇਹਨਾਂ ਦਾ ਪਰਫਾਰਮੈਂਸ ਹੋਈ ਆ। ਸੋ ਇਹ ਵੀ ਨਿਊਜ਼ ਦੇ ਵਿੱਚ ਕਹਿ ਸਕਦੇ ਹਾਂ ਆਪਾਂ ਕਿ ਇਹਨਾਂ ਦੀ ਪਰਫਾਰਮੈਂਸ ਵੀ। ਸੋ ਨੈਕਸਟ ਆ ਗਿਆ ਜੀ ਸਾਡਾ ਹੁਣ 2022 ਦੇ ਵਿੱਚ ਕੀ ਜਿੱਤਿਆ, ਮੋਸਟ ਐਕਸਪੈਕਟਡ ਕੁਐਸਚਨ ਇਹ ਰਹੂਗਾ, ਠੀਕ ਆ ਜੀ, 골ਡ। 2022 'ਚ ਇਹਨਾਂ ਨੇ ਕੀ ਜਿੱਤ ਲਿਆ, 골ਡ। ਸੋ ਇੰਪੋਰਟੈਂਟ ਬਣਦਾ, ਇਹ ਚੀਜ਼ਾਂ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ। ਨੈਕਸਟ ਆ ਗਿਆ ਜੀ। ਸੋ ਇਹ ਇਸ ਤਰ੍ਹਾਂ ਨਹੀਂ ਕਿ ਇਹ ਯਾਦ ਕਰਨੀਆਂ ਜ਼ਿਆਦਾ ਔਖੀਆਂ ਨੇ, ਜੇਕਰ ਤੁਸੀਂ ਇਹਨੂੰ 1-2 ਵਾਰੀ ਜਿੱਦਾਂਗੇ। ਹੁਣ ਤੁਸੀਂ ਵੀਡੀਓ ਦੇਖ ਲਈ, ਵੀਡੀਓ ਦੇਖ ਕੇ ਤੁਸੀਂ ਇਹਨੂੰ PDF ਨੂੰ 2-3 ਵਾਰੀ ਰਿਵਾਈਜ਼ ਕਰੋਗੇ। ਥੋੜਾ ਜਿਹਾ ਤੁਸੀਂ MCQ ਵਗੈਰਾ ਕੋਈ ਚੱਕਰ ਨਹੀਂਗਾ, ਮੈਂ ਤੁਹਾਨੂੰ MCQ ਇਹਦੀ ਕਲਾਸ ਦੇ MCQ ਤੁਹਾਨੂੰ ਪਾ ਦਾਂਗਾ, ਠੀਕ ਹੈ, ਆਪਣੇ ਟੈਲੀਗ੍ਰਾਮ ਚੈਨਲ ਦੇ ਉੱਤੇ। ਤਾਂ ਕੋਈ ਗੱਲ ਨਹੀਂ, 2-3 ਵਾਰੀ ਤੁਸੀਂ ਪੜ੍ਹੋਗੇ ਤਾਂ ਯਾਦ ਹੋ ਜਾਣਗੇ। ਇੰਪੋਰਟੈਂਟ ਪੁਆਇੰਟ ਹੀ ਯਾਦ ਕਰਨੇ ਹੁੰਦੇ ਨੇ, ਇਹਦੇ ਵਿੱਚ ਜ਼ਰੂਰੀ ਨਹੀਂ ਵੀ ਸਾਰੀਆਂ ਚੀਜ਼ਾਂ ਯਾਦ ਕਰਨੀਆਂ ਹੁੰਦੀਆਂ, ਹੌਲੀ ਹੌਲੀ ਯਾਦ ਹੁੰਦੇ ਨੇ, ਇੱਕਦਮ ਕੋਈ ਵੀ ਚੀਜ਼ ਨਹੀਂ ਯਾਦ ਹੁੰਦੀ।
ਹਾਂਜੀ ਕਾਮਨਵੈਲਥ ਗੇਮਸ ਦੇ ਵਿੱਚ ਮੈਡਲ ਜੇਤੂ। ਹੁਣ ਤੁਸੀਂ ਸੋਚੋਗੇ ਕਿ 61 ਤਗਮੇ ਜਿੱਤੇ ਨੇ ਜੀ, 61 ਦੇ 61 ਯਾਦ ਕਰਨੇ ਪੈਣੇ ਆ, ਸਾਰੇ ਨਹੀਂ ਯਾਦ ਕਰਨੇ, ਨਾ ਹੀ ਤੁਹਾਨੂੰ ਹੋਣੇ ਨੇ। ਜਿਹੜੇ ਮੈਂ ਤੁਹਾਨੂੰ ਹੁਣ ਮੇਨ ਇੰਪੋਰਟੈਂਟ ਮੈਂ ਤੁਹਾਨੂੰ ਐਡ ਕਰਾਂ, ਠੀਕ ਆ, ਮੇਰੇ ਇੱਥੇ ਮਾਰਕ ਕੀਤੇ ਹੋਇਆ, ਤੁਸੀਂ ਸਿਰਫ ਉਹ ਕਰ ਲਿਓ, ਤੁਹਾਡਾ ਕੰਮ ਬਣ ਜਾਏਗਾ। ਬਟ ਫੈਕਟ ਯਾਦ ਹੋਣੇ ਚਾਹੀਦੇ ਆ ਜਿਹੜੇ ਮੈਂ ਤੁਹਾਨੂੰ ਉੱਪਰ ਕਰਾਇਆ, ਕਿਉਂਕਿ ਕਈ ਵਾਰ ਸਿੱਧੇ ਫੈਕਟ 'ਚੋਂ ਪੁੱਛਦੇ ਨੇ ਕੁਐਸਚਨ। ਹਾਂਜੀ ਰਾਸ਼ਟਰਮੰਡਲ ਖੇਡਾਂ ਦੀ ਸੂਚੀ ਦੇ ਵਿੱਚ ਭਾਰਤੀ ਤਗਮਾ ਜੇਤੂ ਹੇਠ ਲਿਖੇ ਹਨ, ਠੀਕ ਆ, 61 ਮੈਡਲ ਜਿੱਤੇ ਆ। ਹੁਣ ਦੇਖੋ ਜੀ ਇਹਦੇ ਵਿੱਚ ਤੁਹਾਨੂੰ ਹੁਣ ਆਹ ਚੀਜ਼ ਯਾਦ ਹੋਣੀ ਚਾਹੀਦੀ ਆ, ਸੰਕੇਤ ਸਾਗਰ ਨੇ ਪਹਿਲਾ ਮੈਡਲ ਜਿੱਤਿਆ, ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸਿਲਵਰ ਮੈਡਲ ਜਿੱਤਿਆ ਸੀ। ਸੋ ਇਹ ਇੰਪੋਰਟੈਂਟ ਬਣਦਾ ਵੇਟ ਲਿਫਟਿੰਗ 'ਚ ਜਿੱਤਿਆ, ਠੀਕ ਆ। ਸੋ ਬਾਕੀ ਆ ਨੇ ਤੇ ਇਹ ਤੁਸੀਂ ਪੜ੍ਹ ਸਕਦੇ ਹੋ, ਇਸ ਤਰ੍ਹਾਂ ਨਹੀਂ ਕਿ ਨਹੀਂ ਪੜ੍ਹਨਾ ਗਾ, ਬਟ ਯਾਦ ਜਿਹੜੇ ਤੁਸੀਂ ਮੋਸਟ ਇੰਪੋਰਟੈਂਟ ਜਿਹੜੇ ਤੁਹਾਨੂੰ ਯਾਦ ਹੋਣੇ ਚਾਹੀਦੇ ਆ, ਮੈਂ ਤੁਹਾਡੇ ਟਿਪਸ ਤੇ ਹੋਣੇ ਚਾਹੀਦੇ, ਉਹ ਮੈਂ ਸਾਰੇ ਮਾਰਕ ਕੀਤੇ। ਮੀਰਾਬਾਈ ਚਾਨੂ ਨੇ ਪਹਿਲਾ ਗੋਲਡ ਜਿੱਤਿਆ, ਠੀਕ ਆ ਜੀ, 2022 ਦੇ ਵਿੱਚ ਵੂਮੈਨਸ ਦੇ ਵਿੱਚ ਵੇਟ ਲਿਫਟਿੰਗ ਦੇ ਵਿੱਚ ਜਿੱਤਿਆ, ਇਹ ਵੀ ਯਾਦ ਹੋਣਾ ਚਾਹੀਦਾ। ਸੋ ਮੇਲ ਦੇ ਵਿੱਚ ਮੈਨਸ ਦੇ ਵਿੱਚ ਕਿਹਨੇ ਜਿੱਤਿਆ ਵਾ ਜੀ, ਜੈਰਮੀ ਲਾਰਨਿੰਗਾ, ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇਹਨਾਂ ਨੇ ਵੀ ਗੋਲਡ ਜਿੱਤਿਆ, ਪਹਿਲਾ ਮੈਨ ਵੇਟ ਲਿਫਟਰ ਆ, ਠੀਕ ਹੈ ਜੀ, ਵੇਟ ਲਿਫਟਰ। ਸੋ ਅੰਚਿਤਾ ਸ਼ੇਲੂ ਗੋਲਡ ਬਾਰੇ ਥੋੜ੍ਹਾ ਜਿਹਾ ਚੰਗੀ ਤਰ੍ਹਾਂ ਤੁਸੀਂ ਕਰ ਲਿਓ, ਠੀਕ ਆ। ਹੁਣ ਦੇਖੋ ਇੱਕ ਚੀਜ਼ ਦਾ ਹੋਰ ਧਿਆਨ ਦੇਣਾ ਮੈਂ ਹੁਣ ਤੁਹਾਨੂੰ ਇੱਕ ਚੀਜ਼ ਹੋਰ ਦੱਸਣ ਲੱਗਿਆ। ਆ ਹਰਜਿੰਦਰ ਕੌਰ ਮੇਰੇ ਤੋਂ ਨਾ ਮਾਰਕ ਨਹੀਂ, ਚਲੋ ਮੈਂ ਬਾਅਦ ਚੋਂ ਕਰਵਾਉਣਾ ਮੈਂ ਤੁਹਾਨੂੰ, ਇਹ ਪੰਜਾਬ ਵਾਲੇ ਆ ਜਿਹੜੇ। ਸੋ ਪਹਿਲਾਂ ਆਪਾਂ ਆਹ ਕਰੋ ਤੁਸੀਂ ਯਾਦ, ਤੁਸੀਂ ਚੰਗੀ ਤਰ੍ਹਾਂ, ਠੀਕ ਆ, ਇਹ ਵੀ ਯਾਦ ਕਰਨਾ ਹਰਜਿੰਦਰ ਕੌਰ, ਇਹ ਮੈਂ ਤੁਹਾਨੂੰ ਇਕੱਠੇ ਕਰਵਾਉਣਾ ਬਾਅਦ ਚੋਂ। ਤਾਂ ਇੰਡੀਅਨਸ ਵੂਮੈਨਸ ਟੀਮ ਆ ਜਿਹੜੀ, ਠੀਕ ਆ ਜੀ, ਗੋਲਡ ਜਿੱਤਿਆ ਇਹਨਾਂ ਨੇ, ਠੀਕ ਆ। ਵੂਮੈਨਸ ਫੋਰ ਲੌਨ ਬਾਲਸ ਨਾਮ ਦੀ ਇੱਕ ਗੇਮ ਹੋਈ ਸੀ, ਠੀਕ ਆ, ਸਪੋਰਟ ਗੇਮ, ਤਾਂ ਉਹਦੇ ਵਿੱਚ ਗੋਲਡ ਜਿੱਤਿਆ। ਸੋ ਇਹ ਵੀ ਇੰਪੋਰਟੈਂਟ ਬਣਦਾ ਵਾ, ਸੋ ਇਹ ਵੀ ਯਾਦ ਹੋਣਾ ਚਾਹੀਦਾ ਵਾ ਤੁਹਾਨੂੰ। ਇੰਡੀਆ ਦੀ ਜਿਹੜੀ ਮੈਨਸ ਟੀਮ ਆ, ਠੀਕ ਆ, ਹੁਣ ਮੈਨਸ ਟੀਮ ਟੇਬਲ ਟੈਨਿਸ ਦੇ ਵਿੱਚ ਗੋਲਡ ਜਿੱਤ ਚੁੱਕੀ ਆ, ਠੀਕ ਆ ਜੀ। ਲਵਪ੍ਰੀਤ ਸਿੰਘ ਨੇ ਵੇਟ ਲਿਫਟਿੰਗ ਦੇ ਵਿੱਚ ਬ੍ਰੋਂਜ ਜਿੱਤਿਆ, ਠੀਕ ਆ। ਇਹ ਪੰਜਾਬ ਦਾ ਖਿਡਾਰੀ ਆ ਤਾਂ ਐਡ ਕੀਤਾ, ਵੈਸੇ ਮੈਂ ਸਾਰੇ ਪੰਜਾਬ ਦੇ ਤੁਹਾਨੂੰ ਕਰਵਾਉਣਾ ਬਾਅਦ ਚੋਂ, 1 ਮਿੰਟ ਦਿਓ ਬਸ ਮੈਨੂੰ। ਸੋ ਅੱਗੇ ਤੁਹਾਨੂੰ ਇਹ ਸੁਧੀਰ ਯਾਦ ਹੋਣਾ ਚਾਹੀਦਾ। ਸੁਧੀਰ ਨੇ ਕੀ ਜਿੱਤਿਆ ਜੀ, ਸੁਧੀਰ ਨੇ ਜਿੱਤਿਆ ਵਾ ਜੀ ਆਪਣਾ ਮੈਨਸ ਹੈਵੀ ਵੇਟ ਪੈਰਾ ਪਾਵਰ ਲਿਫਟਿੰਗ, ਜਿਹੜਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਇਹਨਾਂ ਨੇ ਪਹਿਲਾ ਗੋਲਡ ਦਵਾਇਆ ਵਾ ਇਹਦੇ ਵਿੱਚ ਪੈਰਾ ਪਾਵਰ ਲਿਫਟਿੰਗ 'ਚ। ਬਜਰੰਗ ਪੂਨੀਆ, ਹੁਣ ਜੀ ਇਹ ਇੰਪੋਰਟੈਂਟ ਨੇ, ਰੈਸਲਿੰਗ ਦੇ ਵਿੱਚ ਇਹਨਾਂ ਤਿੰਨਾਂ ਨੇ ਜਿੱਤਿਆ, ਠੀਕ ਆ। ਸਾਕਸ਼ੀ ਮਲਿਕ ਨੇ ਵੀ ਰੈਸਲਿੰਗ ਦੇ ਵਿੱਚ ਗੋਲਡ ਜਿੱਤਿਆ, ਦੀਪਕ ਪੂਨੀਆ ਨੇ ਵੀ ਗੋਲਡ ਜਿੱਤਿਆ ਰੈਸਲਿੰਗ 'ਚੋਂ। ਇਹਨਾਂ 'ਚੋਂ ਜ਼ਿਆਦਾਤਰ ਖਿਡਾਰੀ ਨੇ ਜਿਹੜੇ ਉਹ ਹਰਿਆਣੇ ਦੇ ਨੇ, ਆਪਣੇ ਗਵਾਂਢੀ ਸੂਬੇ ਦੇ, ਠੀਕ ਆ। ਸੋ ਫਿਲਹਾਲ ਤੁਸੀਂ ਪੰਜਾਬ ਵਾਲਿਆਂ ਦੇ ਥੋੜ੍ਹਾ ਜਿਹਾ ਵੱਧ ਫੋਕਸ ਕਰਿਓ। ਹੁਣ ਆ ਗਿਆ ਜੀ ਸਾਡੇ ਕੋਲ ਰਵੀ ਕੁਮਾਰ ਦਈਆ, ਇਹ ਵੀ ਇੰਪੋਰਟੈਂਟ ਬਣਦਾ, ਠੀਕ ਆ, ਕਿਉਂਕਿ ਜਿਹੜੇ ਸਟਾਰ ਪਲੇਅਰ ਨੇ ਉਹ ਵੀ ਆਪਾਂ ਨੂੰ ਯਾਦ ਕਰਨੇ ਪੈਣੇ ਆ। ਇਹਨਾਂ ਨੇ ਗੋਲਡ ਜਿੱਤਿਆ ਰੈਸਲਿੰਗ, ਇਹ ਵੀ ਰੈਸਲਿੰਗ 'ਚ ਬਹੁਤ ਮੈਡਲ ਜਿੱਤੇ ਇੰਡੀਆ ਨੇ। ਵਿਨੇਸ਼ ਫੋਗਟ, ਇਹਨਾਂ ਨੇ ਵੂਮਨ ਰੈਸਲਿੰਗ ਦੇ ਵਿੱਚ ਦੇਖ ਲਓ 53 ਕਿਲੋ ਫਰੀ ਸਟਾਈਲ 'ਚ ਗੋਲਡ ਜਿੱਤਿਆ। ਨਵੀਨ ਆ, ਇਹਨਾਂ ਨੇ ਵੀ ਗੋਲਡ ਜਿੱਤਿਆ। ਭਾਵਨਾ ਪਟੇਲ, ਇਹਨਾਂ ਨੇ ਗੋਲਡ ਜਿੱਤਿਆ। ਪੈਰਾ ਟੇਬਲ ਟੈਨਿਸ ਆ ਗਿਆ ਜੀ ਵੂਮਨ ਹਾਕੀ ਟੀਮ, ਜਿਹੜਾ ਮੈਂ ਤੁਹਾਨੂੰ ਉੱਪਰ ਪੁਆਇੰਟ ਕਰਵਾਤਾ ਹੋਇਆ, ਇਹ ਤੁਹਾਨੂੰ ਮੇਰੇ ਅਕੋਰਡਿੰਗ ਬਾਰ-ਬਾਰ ਕਰਨ ਦੀ ਜ਼ਰੂਰਤ ਨਹੀਂ ਪਏਗੀ। ਬ੍ਰੋਂਜ ਜਿੱਤਿਆ ਜੀ ਇਹਨਾਂ ਨੇ ਹਾਕੀ ਦੇ ਵਿੱਚ। ਹੁਣ ਆ ਗਿਆ ਜੀ ਨੀਤੂ ਗਾਨਸ, ਇਹਨਾਂ ਨੇ ਗੋਲਡ ਜਿੱਤਿਆ ਜੀ ਵੂਮੈਨਸ 48 ਕਿਲੋ ਦੇ ਵਿੱਚ ਬਾਕਸਿੰਗ ਦੇ ਵਿੱਚ। ਅਮਿਤ ਬੰਗਾਲ ਇੰਪੋਰਟੈਂਟ ਪਲੇਅਰ ਨੇ, ਗੋਲਡ ਜਿੱਤਿਆ ਇਹਨਾਂ ਨੇ ਬਾਕਸਿੰਗ 'ਚ। ਇਦਲੂ ਪੌਲ ਨੇ ਗੋਲਡ ਜਿੱਤਿਆ ਐਥਲੈਟਿਕਸ ਦੇ ਵਿੱਚ। ਨਿਖਿਤ ਜ਼ਰੀਨ, ਇਹਨਾਂ ਨੇ ਵੀ ਗੋਲਡ ਜਿੱਤਿਆ ਆਪਣੇ ਵੂਮੈਨਸ ਫਲਾਈ ਉਹਦੇ ਵਿੱਚ, ਠੀਕ ਹੈ ਜੀ। ਸੋ ਇਹ ਸਾਰੇ ਇੰਪੋਰਟੈਂਟ ਬਣਦੇ ਨੇ, ਇਹ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ। ਸੋ ਦੋਸਤੋ ਵੂਮੈਨਸ ਕ੍ਰਿਕਟ ਟੀਮ ਨੇ ਜੀ ਸਿਲਵਰ ਜਿੱਤਿਆ ਵੂਮੈਨਸ T20 ਕ੍ਰਿਕਟ 'ਚ, ਜਿਹੜਾ ਮੈਂ ਤੁਹਾਨੂੰ ਉੱਤੇ ਕਰਾਤਾ। ਸ਼ਰਤ ਕਮਲ ਜੇ ਸ਼ਰੀਜਾ ਔਕੌਲਾ ਨੇ ਇਹਨਾਂ ਨੇ ਗੋਲਡ ਜਿੱਤਿਆ। ਟੇਬਲ ਟੈਨਿਸ PV ਸਿੰਧੂ ਮੈਂ ਤੁਹਾਨੂੰ ਕਰਾ ਚੁੱਕਿਆ, ਗੋਲਡ ਜਿੱਤਿਆ ਵੂਮੈਨਸ ਸਿੰਗਲ ਬੈਡਮਿੰਟਨ 'ਚ। ਲਕਸ਼ਯ ਸੇਨ ਨੇ ਵੀ ਮੈਨਸ ਸਿੰਗਲਸ ਦੇ ਵਿੱਚ ਉਹ ਜਿੱਤਿਆ ਵਾ, ਠੀਕ ਆ ਜੀ। ਸੋ ਹੁਣ ਚਿਰਾਗ ਸ਼ੈਟੀ ਹੋ ਗਏ, ਇਹਨਾਂ ਨੇ ਮੈਨਸ ਡਬਲ ਦੇ ਵਿੱਚ ਗੋਲਡ ਜਿੱਤਿਆ ਵਾ, ਠੀਕ ਆ। ਸ਼ਰਤ ਕਮਲ ਨੇ ਗੋਲਡ ਜਿੱਤਿਆ, ਵੀ ਮੈਂ ਤੁਹਾਨੂੰ ਕਰਵਾ ਚੁੱਕਾ। ਮੈਨਸ ਹਾਕੀ ਟੀਮ, ਇਹ ਚੰਗੀ ਤਰ੍ਹਾਂ ਕਰ ਲਿਓ, ਠੀਕ ਆ। ਹਾਲਾ ਬਹੁਤ ਇੰਪੋਰਟੈਂਟ ਬਣਦਾ ਵਾ। ਹਾਂਜੀ ਮੈਂ ਤੁਹਾਨੂੰ ਇੱਕ ਜਿਹੜੇ ਪੁਆਇੰਟ ਮੈਂ ਤੁਹਾਨੂੰ ਦੱਸੇ ਸੀ ਕਿ ਕਿਹੜੇ ਤੁਹਾਨੂੰ ਹੋਰ ਯਾਦ ਕਰਨ ਯੋਗ ਆ, ਠੀਕ ਆ, ਵੀ ਜਿਹੜੇ ਤੁਹਾਨੂੰ ਥੋੜਾ ਜਿਹਾ ਰੀਸੈਂਟਲੀ ਤੁਹਾਨੂੰ ਥੋੜਾ ਜਿਹਾ ਧਿਆਨ ਦੇਣਾ ਪੈਣਾ। ਦੇਖੋ ਜੀ ਸਭ ਤੋਂ ਪਹਿਲਾਂ ਹਰਜਿੰਦਰ ਕੌਰ ਕੌਣ ਨੇ ਜੀ? ਹਰਜਿੰਦਰ ਕੌਰ ਆਪਣਾ ਇਹਨਾਂ ਨੇ ਬ੍ਰੋਂਜ ਮੈਡਲ ਜਿੱਤਿਆ ਵਾ, ਕਿੱਥੋਂ? ਆਪਣੇ ਵੇਟ ਲਿਫਟਿੰਗ ਦੇ ਵਿੱਚ। 4 ਇੰਡੀਵਿਜੂਅਲ ਇਹੋ ਜਿਹੇ ਪਲੇਅਰ ਨੇ ਜਿਨ੍ਹਾਂ ਨੇ ਕਿ ਮੈਡਲ ਜਿੱਤੇ ਨੇ ਆਪਣੇ ਪੰਜਾਬ ਵੱਲੋਂ। ਵੈਸੇ ਤਾਂ ਜੇਕਰ ਆਪਾਂ ਗੱਲ ਕਰੀਏ ਤਾਂ ਕਾਫੀ ਪਲੇਅਰ ਨੇ, ਜਿੱਦਾਂ ਕਿ ਆਪਣੇ ਮੈਨਸ ਹਾਕੀ ਟੀਮ ਹੋ ਗਈ ਜਾਂ ਆਪਣੇ ਵੂਮੈਨਸ ਟੀਮ ਦੇ ਕੈਪਟਨ ਆ, ਠੀਕ ਆ, ਹਰਮਨਪ੍ਰੀਤ ਕੌਰ, ਇਹ ਵੀ ਆਪਣੇ ਪੰਜਾਬ ਤੋਂ ਹੀ ਬਿਲੋਂਗ ਕਰਦੇ ਨੇ। ਪਰ ਇੰਡੀਵਿਜੂਅਲ ਤੁਸੀਂ ਥੋੜਾ ਜਿਹਾ ਧਿਆਨ ਦੇ ਲਿਓ। ਹੁਣ ਜੀ ਹਰਜਿੰਦਰ ਕੌਰ ਨੇ, ਠੀਕ ਆ, ਇਹ ਨਾਭਾ ਦੇ ਮੇਹਸ ਵਿਲਸ ਤੋਂ ਬਿਲੋਂਗ ਕਰਦੇ ਨੇ, ਠੀਕ ਆ। 9 ਨੰਬਰ ਪੁਆਇੰਟ ਆ, ਨਾਭਾ ਦੇ ਮੇਹਸ ਵਿਲਸ ਤੋਂ ਬਿਲੋਂਗ ਕਰਦੇ ਨੇ। ਇਹ ਤੁਹਾਨੂੰ ਯਾਦ ਹੋਣਾ, ਨਾਭਾ ਪਟਿਆਲਾ ਜ਼ਿਲ੍ਹੇ 'ਚ ਪੈਂਦਾ ਵਾ, ਠੀਕ ਆ ਜੀ। ਸੋ ਮੇਹਸ ਦੇ ਆ। ਸੋ ਇਹਨਾਂ ਨੂੰ ਜਿਨ੍ਹਾਂ ਨੇ ਵੀ ਬ੍ਰੋਂਜ ਮੈਡਲ ਜਿੱਤਿਆ, 3 ਬ੍ਰੋਂਜ ਜਿੱਤਿਆ, 1 ਜਿੱਤਿਆ ਵਾ ਆਪਣਾ ਸਿਲਵਰ ਮੈਡਲ, ਠੀਕ ਆ। ਵਿਕਾਸ ਠਾਕੁਰ, ਆਹ ਦੇਖੋ ਜੀ, ਆ ਵੀ ਆਪਣੇ ਪੰਜਾਬ ਦੇ ਨੇ। 11 ਨੰਬਰ ਵਿਕਾਸ ਠਾਕੁਰ, ਇਹਨਾਂ ਨੇ ਜੀ ਸਿਲਵਰ ਜਿੱਤਿਆ ਵਾ ਵੇਟ ਲਿਫਟਿੰਗ ਦੇ ਵਿੱਚ। ਇਹ ਕਿੱਥੋਂ ਬਿਲੋਂਗ ਕਰਦੇ ਨੇ? ਵਿਕਾਸ ਠਾਕੁਰ ਆਪਣੇ ਲੁਧਿਆਣੇ ਤੋਂ ਬਿਲੋਂਗ ਕਰਦੇ ਨੇ। ਇਹ ਵੀ ਤੁਹਾਨੂੰ ਯਾਦ ਹੋਣਾ ਚਾਹੀਦਾ, ਕਿੱਥੋਂ ਬਿਲੋਂਗ ਕਰਦੇ ਨੇ? ਲੁਧਿਆਣੇ ਤੋਂ ਬਿਲੋਂਗ ਕਰਦੇ ਨੇ ਵਿਕਾਸ ਠਾਕੁਰ। ਸੋ ਸਿਲਵਰ ਮੈਡਲ ਇਹਨਾਂ ਨੇ ਜਿੱਤਿਆ ਵਾ। ਬਾਕੀ ਜਿਹੜੇ 3 ਪਲੇਅਰ ਨੇ ਉਹਨਾਂ ਨੇ ਬ੍ਰੋਂਜ ਜਿੱਤਿਆ। ਜਿੱਦਾਂ ਕਿ ਮੈਂ ਤੁਹਾਨੂੰ ਇਹ ਕਰਵਾਤਾ, ਇਹ ਵੀ ਮੈਂ ਤੁਹਾਨੂੰ ਕਰਵਾਤਾ ਹੋਇਆ ਵਾ। ਹੁਣ ਦੇਖੋ ਜੀ ਅਗਲਾ ਪਲੇਅਰ ਆਪਣੇ ਕੌਣ ਸੀਗੇ ਜੀ ਇਹਦੇ ਵਿੱਚ? ਗੁਰਦੀਪ ਸਿੰਘ। ਹੁਣ ਜੀ ਗੁਰਦੀਪ ਸਿੰਘ ਨੇ ਕਿਹੜਾ ਮੈਡਲ ਜਿੱਤਿਆ? ਆ ਰਿਹਾ ਜੀ 17 ਨੰਬਰ ਪੁਆਇੰਟ, ਗੁਰਦੀਪ ਸਿੰਘ। ਇਹਨਾਂ ਨੇ ਜੀ ਬ੍ਰੋਂਜ਼ ਮੈਡਲ ਜਿੱਤਿਆ ਜੀ ਮੈਨਸ 109 ਕਿਲੋ ਵੇਟ ਲਿਫਟਿੰਗ ਦੇ ਵਿੱਚ। ਗੁਰਦੀਪ ਸਿੰਘ ਕਿੱਥੋਂ ਬਿਲੋਂਗ ਕਰਦੇ? ਖੰਨਾ ਲੁਧਿਆਣਾ ਤੋਂ ਬਿਲੋਂਗ ਕਰਦੇ ਨੇ, ਠੀਕ ਹੈ ਜੀ। ਖੰਨਾ ਲੁਧਿਆਣਾ ਤੋਂ ਬਿਲੋਂਗ ਕਰਦੇ ਨੇ। ਹੁਣ ਨੈਕਸਟ ਆਪਣਾ ਪਲੇਅਰ ਇੱਕ ਰਹਿ ਗਿਆ ਜੀ ਆਪਣੇ, 1 ਮਿੰਟ ਦੇਣਾ ਜੀ ਬਸ।
ਸੋ ਨੈਕਸਟ ਪਲੇਅਰ ਆਪਣੇ ਨੇ ਜੀ ਇਹਦੇ ਵਿੱਚ ਲਵਪ੍ਰੀਤ ਸਿੰਘ। ਚਲੋ ਮੈਂ ਇਹ ਤਾਂ ਐਡ ਕੀਤਾ ਹੀ ਹੋਇਆ ਹੈ ਨਾ, ਲਵਪ੍ਰੀਤ ਸਿੰਘ ਦਾ ਤਾਂ ਤੁਹਾਡਾ ਹਾਈਲਾਈਟ ਕੀਤਾ ਮੈਂ, ਦੂਸਰੇ ਮੈਂ ਹਾਈਲਾਈਟ ਕਰ ਦਾਂਗਾ ਜਦੋਂ ਆਪਣਾ PDF ਦੇ ਵਿੱਚ ਹੋਗਾ ਸੀਗਾ ਵੇਟ ਲਿਫਟਿੰਗ ਆ। ਸੋ ਲਵਪ੍ਰੀਤ ਸਿੰਘ ਕਿੱਥੋਂ ਬਿਲੋਂਗ ਕਰਦੇ ਨੇ, ਇਹ ਆਪਣੇ ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਨੇ, ਠੀਕ ਹੈ। ਸੋ ਮੈਂ ਚਾਰੇ ਤੁਹਾਨੂੰ ਕਰਵਾਤੇ ਆ, ਇਹਨਾਂ ਦੇ ਬਸ ਤੁਸੀਂ ਬਿਲੋਂਗਿੰਗ ਯਾਦ ਕਰ ਲਓ, ਬਾਕੀ ਮੈਂ ਕੋਸ਼ਿਸ਼ ਕਰਦਾ ਕਿ ਨਾਲ ਤੁਹਾਨੂੰ PDF ਜਦੋਂ ਦੇਵਾਂਗਾ ਇਹਦੀ ਕੱਲ ਨੂੰ ਤਾਂ ਇਹ ਮੈਂ ਤੁਹਾਨੂੰ ਐਡਿਟ ਕਰਕੇ ਦੇ ਦਾਂਗਾ, ਠੀਕ ਹੈ ਜੀ। ਸੋ ਇੱਕ ਵਾਰੀ ਮੈਂ ਤੁਹਾਨੂੰ ਇਹਦੇ ਪੁਆਇੰਟ ਐਡ ਕਰ ਦਾਂਗਾ। ਹੁਣ ਇਹਦੇ ਵਿੱਚ ਨਾ ਮੇਨ ਜਿਹੜੀ ਮੈਂ ਤੁਹਾਨੂੰ ਬਾਰ-ਬਾਰ ਕਰ, ਜਿੱਦਾਂ ਕਿ ਹੁਣ ਆਪਾਂ ਨੂੰ ਪਤਾ ਵਾ ਕਿ ਭਾਰਤ ਦੀ ਜਿਹੜੀ ਆਪਣੀ ਵੂਮਨਸ ਹਾਕੀ ਟੀਮ ਆ, ਠੀਕ ਆ, ਇਹਨਾਂ ਨੇ ਬ੍ਰੋਂਜ ਜਿੱਤਿਆ ਵਾ। ਨੈਕਸਟ ਆਪਣਾ ਤੁਹਾਨੂੰ ਨਾ ਮੈਨਸ ਹਾਕੀ ਟੀਮ ਦੇ ਜਿਹੜੇ ਆਪਣੇ ਕੈਪਟਨ ਨੇ, ਕੀ ਨਾਮ ਆ ਜੀ ਆਪਣੇ ਮੈਨਸ ਹਾਕੀ ਟੀਮ ਦੇ ਕੈਪਟਨ ਦਾ, ਮਨਪ੍ਰੀਤ ਸਿੰਘ। ਮਨਪ੍ਰੀਤ ਸਿੰਘ ਇਹਦਾ ਤੁਹਾਨੂੰ ਪਤਾ ਹੋਣਾ ਚਾਹੀਦਾ। ਮਨਪ੍ਰੀਤ ਸਿੰਘ ਕਿੱਥੋਂ ਬਿਲੋਂਗ ਕਰਦੇ ਨੇ, ਮਨਪ੍ਰੀਤ ਸਿੰਘ ਬਿਲੋਂਗ ਕਰਦੇ ਨੇ ਜੀ ਜਲੰਧਰ ਤੋਂ, ਠੀਕ ਆ ਜੀ, ਇਹਨਾਂ ਦੇ ਕੈਪਟਨ ਨੇ। ਸੋ ਵੂਮਨਸ ਜਿਹੜੀ ਕ੍ਰਿਕਟ ਟੀਮ ਆ ਜਿਨ੍ਹਾਂ ਨੇ ਕਿ ਸਿਲਵਰ ਮੈਡਲ ਜਿੱਤਿਆ ਵਾ, ਇਹ ਕਿੱਥੋਂ ਬਿਲੋਂਗ ਕਰਦੇ ਨੇ, ਸੋ ਇਹਨਾਂ ਦੇ ਕੈਪਟਨ ਨੇ ਹਰਮਨਪ੍ਰੀਤ ਕੌਰ। ਹਰਮਨਪ੍ਰੀਤ ਕੌਰ ਇਸ ਟਾਈਮ ਇਹਨਾਂ ਦੇ ਕੈਪਟਨ ਸੀਗੇ, ਠੀਕ ਆ ਜੀ। ਹਰਮਨਪ੍ਰੀਤ ਕੌਰ ਇਹ ਕਿੱਥੋਂ ਬਿਲੋਂਗ ਕਰਦੇ, ਇਹ ਮੋਗਾ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਨੇ, ਠੀਕ ਹੈ ਜੀ। ਸੋ ਇਹ ਚੀਜ਼ਾਂ ਪੁਆਇੰਟ ਨੇ, ਮੈਂ ਤੁਹਾਨੂੰ PDF 'ਚ ਐਡ ਕਰ ਦੂੰਗਾ। ਸੋ ਇਹ ਸਾਰੇ ਪੁਆਇੰਟ ਸੀਗੇ। ਤਾਂ ਨੈਕਸਟ ਹੁਣ ਮੈਡਲ ਟੈਲੀ ਦੇ ਵਿੱਚ, ਮੈਡਲ ਟੈਲੀ ਦੇ ਵਿੱਚ ਇੰਡੀਆ ਨੇ ਸਭ ਤੋਂ ਵੱਧ ਮੈਡਲ, ਕਈ ਵਾਰ ਪੇਪਰ 'ਚ ਆ ਜਾਂਦਾ ਹੁੰਦਾ ਕਿ ਸਭ ਤੋਂ ਵੱਧ ਮੈਡਲ ਕਿਹਦੇ ਵਿੱਚ ਜਿੱਤੇ ਨੇ ਜੀ, ਸਭ ਤੋਂ ਟੋਟਲ ਸਭ ਤੋਂ ਵੱਧ 10 ਮੈਡਲ ਜਿੱਤੇ ਨੇ ਇੰਡੀਆ ਨੇ ਵੇਟ ਲਿਫਟਿੰਗ 'ਚ। 3 ਜਿੱਤੇ ਆ ਜੀ 골ਡ, 3 ਜਿੱਤੇ ਆ ਸਿਲਵਰ, 4 ਜਿੱਤੇ ਆ ਬ੍ਰੌਂਜ਼। 4 3 7 3 10 ਟੋਟਲ 10 ਮੈਡਲ ਇਹ ਆਪਣੇ ਜਿੱਤ ਚੁੱਕੇ ਨੇ, ਠੀਕ ਆ। ਵੈਸੇ ਬੈਡਮਿੰਟਨ 'ਚ ਵੀ 3 ਜਿੱਤੇ ਨੇ 골ਡ, ਇਹ 'ਚ ਵੀ 3 ਜਿੱਤੇ ਨੇ, ਠੀਕ ਆ। 6 ਰੈਸਲਿੰਗ ਦੇ ਵਿੱਚ ਜਿੱਤੇ ਨੇ, ਠੀਕ ਆ ਜੀ। ਸੋ 6 골ਡ ਦੇ ਵਿੱਚ, ਠੀਕ ਆ। ਸੋ ਜੇਕਰ ਆਪਾਂ ਨੂੰ ਇਹ ਪੁੱਛ, ਸੋ ਸੌਰੀ ਆ 12 ਮੈਡਲ ਆ ਗਏ ਜੀ ਟੋਟਲ, ਆ ਗਲਤ ਆ ਜੀ। ਸੋ 12 ਮੈਡਲ ਟੋਟਲ, ਸਭ ਤੋਂ ਵੱਧ ਮੈਡਲ ਜਿਹੜੇ ਜਿੱਤੇ ਨੇ 12 ਜਿੱਤੇ ਨੇ ਜੀ ਰੈਸਲਿੰਗ ਦੇ ਵਿੱਚ ਤੇ 10 ਜਿੱਤੇ ਨੇ ਵੇਟ ਲਿਫਟਿੰਗ 'ਚ। 1 ਮਿੰਟ ਦੇਣਾ ਜੀ, ਸੌਰੀ ਮਿਸਟੇਕ ਹੋ ਗਈ ਸੀ। ਸੋ 12 ਮੈਡਲ ਜਿੱਤੇ ਆ ਜੀ ਰੈਸਲਿੰਗ ਦੇ ਵਿੱਚ, ਠੀਕ ਆ, ਜਿਹਦੇ ਵਿੱਚ ਕਿ ਸਭ ਤੋਂ ਵੱਧ 6 골ਡ ਜਿੱਤੇ ਆ, ਠੀਕ ਆ। 12 ਮੈਡਲ ਇਹ 'ਚ ਤੇ ਦੂਜੇ ਨੰਬਰ ਤੇ ਵੇਟ ਲਿਫਟਿੰਗ ਰਿਹਾ ਵਾ ਜਿਹਦੇ ਵਿੱਚ ਕਿ 10 ਮੈਡਲ ਜਿੱਤੇ ਨੇ, ਠੀਕ ਆ। ਬਾਕੀ ਸਾਰਾ ਇਹਦੇ ਵਿੱਚ ਦਿੱਤਾ ਹੋਏਗਾ। ਕ੍ਰਿਕਟ ਦੇ ਵਿੱਚ ਜਿੱਦਾਂ ਕਿ 1 ਜਿੱਤਿਆ, ਬਾਕੀ ਜਿੱਤਿਆ ਸਿਲਵਰ ਜਿੱਤਿਆ, ਹਾਕੀ 'ਚ 1 ਜਿੱਤਿਆ ਵਾ ਆਪਣਾ ਉਹ ਜਿੱਤਿਆ, ਤੇ 1 ਆਪਣਾ ਵੂਮਨਸ ਜਿਹੜੀ ਹਾਕੀ ਟੀਮ ਆ ਉਹਨਾਂ ਨੇ ਬ੍ਰੌਂਜ਼ ਜਿੱਤਿਆ, ਮੈਨ ਹਾਕੀ ਟੀਮ ਨੇ ਸਿਲਵਰ ਜਿੱਤਿਆ ਵਾ, ਠੀਕ ਆ। ਟੋਟਲ 61 ਮੈਡਲ ਹੋ ਗਏ, ਠੀਕ ਆ ਜੀ, ਜਿਹਦੇ ਵਿੱਚ ਕਿ 22 골ਡ ਜਿੱਤੇ ਆ, 16 ਸਿਲਵਰ ਜਿੱਤੇ ਆ, 23 ਬ੍ਰੌਂਜ਼ ਜਿੱਤੇ ਆ, ਟੋਟਲ 61 ਮੈਡਲ ਹੋ ਗਏ। ਇਹ ਤੁਹਾਡੇ ਟਿਪਸ ਤੇ ਹੋਣੇ ਚਾਹੀਦੇ ਆ ਕਿ ਟੋਟਲ ਕਿੰਨੇ ਮੈਡਲ ਨੇ। ਹੁਣ ਜੀ ਟੌਪ ਕੰਟਰੀਜ਼, ਬਸ ਲਾਸਟ ਪੁਆਇੰਟ ਰਹਿ ਗਿਆ ਜੀ ਇਹਦਾ ਸਾਡਾ। ਕਾਮਨਵੈਲਥ ਗੇਮਸ 2022 ਦੀ ਟੌਪ ਕੰਟਰੀ ਦੇ ਵਿੱਚ ਆ ਗਿਆ ਜੀ ਆਸਟ੍ਰੇਲੀਆ। ਆਸਟ੍ਰੇਲੀਆ ਨੇ ਟੋਟਲ ਜੀ 178 ਮੈਡਲ ਜਿੱਤੇ ਨੇ। ਮਤਲਬ ਇਹਦੇ ਵਿੱਚ ਜ਼ਿਆਦਾਤਰ ਜਿਹੜੀ ਇਹ ਟੌਪ ਕੰਟਰੀਜ਼ ਹੁੰਦੀਆਂ ਨਾ, ਵੈਸੇ ਇਹਦੇ ਵਿੱਚ ਤਾਂ ਸਹੀ ਵੀ ਬਣ ਰਿਹਾ ਵਾ। ਸੋ ਇਹਦੇ ਵਿੱਚ ਜ਼ਿਆਦਾਤਰ 골ਡ ਦੇਖੇ ਜਾਂਦੇ ਨੇ ਕਿ ਕਿਹਨੇ ਜ਼ਿਆਦਾ ਤੋਂ ਜ਼ਿਆਦਾ 골ਡ ਜਿੱਤੇ ਨੇ। ਸੋ ਇਹਦੇ ਵਿੱਚ ਆਸਟ੍ਰੇਲੀਆ ਨੇ 67 골ਡ ਜਿੱਤ ਕੇ ਟੋਟਲ 178 ਮੈਡਲ ਨਾਲ 1 ਨੰਬਰ ਤੇ ਰਿਹਾ। ਇੰਗਲੈਂਡ ਜਿਹੜੇ ਨੇ ਹੋਸਟ ਕੀਤਾ ਸੀ, ਇਹਨਾਂ ਨੇ 175 ਮੈਡਲ ਜਿੱਤੇ ਆ, 56 골ਡ ਜਿੱਤੇ ਆ। ਕੈਨੇਡਾ ਨੇ ਜੀ ਆਪਣਾ 26 골ਡ ਜਿੱਤ ਕੇ 92 ਮੈਡਲ ਜਿੱਤੇ ਆ। ਚੌਥੇ ਨੰਬਰ ਤੇ ਭਾਰਤ ਰਿਹਾ। ਸਿੱਧਾ ਕੁਐਸਚਨ ਆਊਗਾ ਪੇਪਰ 'ਚ ਕਿ ਕਾਮਨਵੈਲਥ ਗੇਮਸ 2022 ਦੇ ਵਿੱਚ ਭਾਰਤ ਦਾ ਸਥਾਨ ਕਿਹੜਾ ਰਿਹਾ ਵਾ ਜੀ। 4 ਨੰਬਰ ਸਥਾਨ ਰਿਹਾ ਵਾ, ਠੀਕ ਆ ਜੀ। 22 골ਡ ਜਿੱਤੇ ਆ ਜੀ, 16 ਸਿਲਵਰ ਜਿੱਤੇ ਆ, 23 ਜਿੱਤੇ ਆ ਬ੍ਰੌਂਜ਼ ਤੇ 61 ਟੋਟਲ 61 ਹੋ ਗਏ। ਸੋ ਬਹੁਤ ਵਧੀਆ ਪਰਫਾਰਮੈਂਸ ਰਹੀ ਆ ਭਾਰਤ ਦੀ। ਸੋ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਬਹੁਤ ਵਧੀਆ ਰਹੇਗੀ, ਠੀਕ ਆ ਜੀ ਪਰਫਾਰਮੈਂਸ। ਹੁਣ ਜੀ ਹੋ ਗਈਆਂ ਇਹ 10 ਕਲਾਸਾਂ ਆਪਣੀਆਂ ਕੰਪਲੀਟ ਹੋ ਗਈਆਂ ਨੇ। 11 ਨੰਬਰ ਕਲਾਸ ਜੀ, ਜਿਹਦੇ ਵਿੱਚ ਆਪਾਂ ਹਾਕੀ, ਫੁੱਟਬਾਲ, ਟੈਨਿਸ, ਕਬੱਡੀ ਤੇ ਆਲ ਸਪੋਰਟਸ ਇਵੈਂਟ ਤੇ ਟਰਮ, ਜਿਹੜਾ ਜਿੰਨੇ ਵੀ ਇਹ ਟੌਪਿਕ ਹੋਣਗੇ ਇਹ ਆਪਾਂ ਇੱਕ ਕਲਾਸ ਥੋੜੀ ਵੱਡੀ ਹੋਏਗੀ, ਠੀਕ ਆ। ਸੋ ਸਪੋਰਟਸ ਆਪਣਾ ਇਹਦੇ ਨਾਲ ਹੀ ਸਾਰਾ ਫਿਨਿਸ਼ ਹੋ ਜਾਏਗਾ, ਠੀਕ ਆ। ਸੋ ਬਾਕੀ ਜਿੰਨਾ ਵੀ ਆਪਣਾ ਕਰੰਟ ਦੇ ਵਿੱਚ ਥੋੜਾ ਬਹੁਤ ਰਹਿ ਜਾਏਗਾ ਉਹ ਆਪਾਂ ਕਰੰਟ ਦੇ ਵਿੱਚ ਕਵਰ ਕਰ ਲਾਂਗੇ। ਸੋ ਇਸ ਤੋਂ ਬਾਅਦ ਆਪਣੀਆਂ 4 ਕਲਾਸਾਂ ਟੋਟਲ ਸਪੋਰਟਸ ਦੀਆਂ ਬਣ ਰਹੀਆਂ। ਇਸ ਤੋਂ ਬਾਅਦ ਤੁਸੀਂ ਕਿਸੇ ਵੀ ਪੇਪਰ ਦੇ ਵਿੱਚ ਬੈਠ ਜਾਓ, ਸੋ ਤੁਹਾਨੂੰ ਸਪੋਰਟਸ ਦੇ ਵਿੱਚੋਂ ਇਸ ਤੋਂ ਬਾਅਦ ਕੁਐਸਚਨ ਕੋਈ ਵੀ ਨਹੀਂ ਆਏਗਾ, ਚਾਹੇ ਕਰੰਟ ਦੇ ਵਿੱਚ ਲਾ ਲਓ ਚਾਹੇ ਆਪਣਾ ਸਟੈਟਿਕ ਦੇ ਵਿੱਚ ਲਗਾ ਲਓ, ਠੀਕ ਹੈ ਜੀ। ਸੋ ਧੰਨਵਾਦ ਜੀ। ਹੁਣ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ, ਠੀਕ ਹੈ। GK ਅਕੈਡਮੀ ਪੰਜਾਬ ਚੈਨਲ ਦਾ ਨਾਮ ਆ। ਸੋ ਵੀਡੀਓ ਤੁਹਾਨੂੰ ਵਧੀਆ ਲੱਗੀ ਸਬਸਕ੍ਰਾਈਬ ਕਰੋ। ਤੇ ਪੰਜਾਬੀ ਇੰਗਲਿਸ਼ ਦੇ ਵਿੱਚ ਜੇਕਰ ਤੁਸੀਂ ਤਿਆਰੀ ਕਰਨੀ ਆ ਤਾਂ PDF ਲਈ ਤੁਹਾਨੂੰ ਆਪਣਾ GK ਅਕੈਡਮੀ ਪੰਜਾਬ ਟੈਲੀਗ੍ਰਾਮ ਗਰੁੱਪ ਜੁਆਇਨ ਕਰਨਾ ਪੈਣਾ, ਠੀਕ ਹੈ ਜੀ। ਸੋ ਧੰਨਵਾਦ ਜੀ। ਮਿਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ।